नमस्कार, सत श्री अकाल। मेरा नाम है नितिन कपूर और आप देख रहे हैं ह्यूमंस ऑफ न्यूजीलैंड। तो आज के पॉडकास्ट में हमारे साथ एक ऐसी शख्सियत हैं जिन्हें आपने, अगर आप क्राइस्ट चर्च में रहते हैं तो मुलाकात करी होगी, क्योंकि इनका काम ही ऐसा है कि आपका काम इनके बिना नहीं चलेगा। शुरू करते हैं विद मिस्टर शिवदीप सिंह। हाँ जी शिव सर, सत श्री अकाल। की हाल चाल ਤੁਹਾਡੇ? ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਸਾਰਿਆਂ ਨੂੰ, ਵੈਲਕਮ। ਤੇ ਜਿੱਦਾਂ ਕਿ ਤੁਸੀਂ ਦੱਸਿਆ ਕਿ ਲਾਈਕ ਹੈ ਨਾ, ਮੇਰਾ ਨਾਮ ਸ਼ਿਵਦੀਪ ਸਿੰਘ ਹੈ ਤੇ ਮੈਂ ਇੱਥੇ ਇੰਸ਼ੋਰੈਂਸ ਐਡਵਾਈਜ਼ਰ ਹਾਂ ਜਾਂ ਫਾਈਨੈਂਸ਼ੀਅਲ ਐਡਵਾਈਜ਼ਰ ਕਹਿ ਸਕਦੇ ਹੋ ਤੁਸੀਂ। ਡੈਫੀਨੇਟਲੀ ਸਾਡੇ ਤੋਂ ਬਿਨਾਂ ਨਹੀਂ ਕੰਮ ਚੱਲਦਾ, ਕਿਉਂਕਿ ਜੇ ਇੰਸ਼ੋਰੈਂਸ ਨਹੀਂ ਤਾਂ ਕੁਛ ਨਹੀਂ। ਗੱਲ ਤੁਹਾਡੀ ਸਹੀ ਹੈ, ਬਟ ਇਹ ਜਰਨੀ ਤੁਹਾਡੀ ਸ਼ੁਰੂ ਕਿੱਧਰੋਂ ਹੋਈ ਸੀ? ਮਤਲਬ ਤੁਸੀਂ ਸ਼ੁਰੂ ਜਦੋਂ ਕੀਤਾ ਸੀਗਾ, ਸੋ ਆਈ ਐਮ ਸ਼ੋਰ ਤੁਸੀਂ ਇੰਡੀਆ ਤੋਂ ਬਿਲੋਂਗ ਕਰਦੇ ਹੋ, ਪੰਜਾਬ ਤੋਂ ਬਿਲੋਂਗ ਕਰਦੇ ਹੋ। ਹਾਂਜੀ, ਥੋੜਾ ਦੱਸੋ ਕਿ when did you start all this? In fact, where in India are you from? I'm sure from Punjab, but where in Punjab are you from? And then why did you come to New Zealand only and not anywhere else? And ਕਿਹੜੇ ਵੀਜ਼ੇ ਤੇ ਆਏ, ਕਿਵੇਂ ਸ਼ੁਰੂਆਤ ਕੀਤੀ? ਥੋੜਾ ਰਾਈਟ ਨਾ, ਸ਼ੋਰ। ਮੇਰੀ ਜਰਨੀ ਥੋੜ੍ਹੀ ਜਿਹੀ ਮੈਂ ਤੁਹਾਨੂੰ ਬਰੀਫਲੀ ਦੱਸ ਪਾਊਂਗਾ, ਕਿਉਂਕਿ ਸੋ ਬੇਸਿਕਲੀ ਮੇਰਾ ਕਰੀਅਰ ਜਿਹੜਾ ਸਟਾਰਟ ਹੋਇਆ ਸੀ ਉਹ ਇੰਡੀਆ 'ਚ ਹੀ ਹੋਇਆ ਸੀ। ਅੱਛਾ ਜੀ। ਔਰ ਇੰਸ਼ੋਰੈਂਸ ਇੰਡਸਟਰੀ ਤੋਂ ਹੀ ਹੋਇਆ ਸੀਗਾ। ਸੋ ਬੇਸਿਕਲੀ ਮੈਂ ਉੱਥੇ 4-5 ਸਾਲ ਮੈਕਸ ਲਾਈਫ ਇੰਸ਼ੋਰੈਂਸ 'ਚ ਕੰਮ ਕੀਤਾ ਅਤੇ ਉੱਥੇ ਮੈਂ ਬਹੁਤ ਅੱਛੀ ਪੋਜੀਸ਼ਨ 'ਤੇ ਸੀ। ਜਦੋਂ ਮੈਂ ਛੱਡ ਕੇ ਆਇਆ ਉਦੋਂ ਮੈਂ ਬ੍ਰਾਂਚ ਮੈਨੇਜਰ ਬਣਨ ਵਾਲਾ ਸੀ। ਓ ਨਾਈਸ। ਸੋ ਮੈਂ ਲੁਧਿਆਣਾ ਦੇ ਵਿੱਚ ਕੰਮ ਕੀਤਾ। ਮੈਂ ਲੁਧਿਆਣਾ ਤੋਂ ਬਿਲੋਂਗ ਕਰਦਾ। ਸੋ ਬੋਰਨ ਬ੍ਰੌਟ ਅਪ ਦੇਅਰ, ਰਾਈਟ, ਐਂਡ ਡੈਫੀਨੇਟਲੀ ਮੇਕਿੰਗ ਮਾਈ ਲਿਵਿੰਗ ਹੀਅਰ। ਸੋ ਬੇਸਿਕਲੀ ਮੈਂ 2015 ਦੇ ਵਿੱਚ ਇੱਕ ਸੋਚ ਰੱਖੀ ਸੀਗੀ, ਮਤਲਬ ਰੱਖੀ ਤਾਂ ਮੈਂ ਪਹਿਲਾਂ ਸੀ ਕਿ ਕੁਛ ਕਰਨਾ ਆਪਣੇ ਤੋਂ ਹੀ ਕਰਨਾ। ਔਰ ਜਿਵੇਂ ਕਿ ਤੁਹਾਨੂੰ ਪਤਾ ਉੱਥੇ ਫੈਮਿਲੀ ਸੀਗੀ, ਸੋ ਆਈ ਰੀਅਲੀ ਵਾਂਟਡ ਟੂ ਡੂ ਸਮਥਿੰਗ ਬਾਈ ਮਾਈ ਸੈਲਫ। ਅਤੇ ਮੈਂ ਸੋਚਿਆ ਕਿ ਨਹੀਂ, ਅਗਰ ਇੱਥੇ ਰਵਾਂਗੇ ਤਾਂ ਕੰਫਰਟ ਜ਼ੋਨ ਰਹੇਗਾ, ਸੋ ਲੈਟਸ ਟਰਾਈ ਸਮਥਿੰਗ ਐਲਸ, ਰਾਈਟ। ਅਤੇ ਉੱਥੇ ਤਾਂ ਸਕਸੈਸ ਮੈਂ ਹਾਸਿਲ ਕੀਤਾ ਸੀਗਾ। ਔਰ ਆਈ ਡੂ ਹੈਵ ਲਾਈਕ ਹੰਡਰਡਸ ਆਫ ਸਰਟੀਫਿਕੇਟ ਅਰਾਊਂਡ ਦ ਵਾਲਸ ਆਫ ਮਾਈ ਹੋਮ, ਟੂ ਬੀ ਓਨੈਸਟ। ਅਤੇ ਬਟ ਲਾਈਕ ਆਈ ਐਮ ਨੋਟ ਜਸਟ ਟਰਾਈਂਗ ਟੂ ਪ੍ਰੇਜ਼ ਮਾਈ ਸੈਲਫ, ਬਟ ਲਾਈਕ ਦਿਸ ਇਜ਼ ਵਾਟ ਆਈਵ ਡਨ ਇਨ ਦ ਪਾਸਟ, ਰਾਈਟ। ਅਤੇ ਮੈਂ ਸੋਚਿਆ ਕਿ ਨਹੀਂ, ਆਪਾਂ ਕੁਛ ਕਰੀਏ ਅਲੱਗ ਤੋਂ। ਮੈਂ ਉੱਥੇ ਮਾਸਟਰਸ ਕੀਤੀ ਹੋਈ ਸੀਗੀ, ਮੈਂ ਉੱਥੇ PGDCA ਵੀ ਕੀਤੀ ਹੋਈ ਸੀ, ਬਟ ਮੈਂ ਦੈਨ ਸਟੈਪ ਅਗੇਨ ਲਿਆ ਲਾਈਫ ਦੇ ਵਿੱਚ ਕਿ ਮੈਂ ਸਟੱਡੀ ਕਰਦਾ ਦੁਬਾਰਾ। ਤੁਸੀਂ ਮਾਸਟਰਸ ਇੰਡੀਆ ਤੋਂ ਕਰਕੇ ਆਏ ਹੋ ਆਲਰੇਡੀ? ਤੁਸੀਂ ਇੱਥੇ ਕਿਹੜਾ ਕੋਰਸ ਕੀਤਾ ਫਿਰ ਆ ਕੇ? ਮੈਂ ਇੱਥੇ ਆ ਕੇ ਲੈਵਲ 7 ਪੋਸਟ ਗ੍ਰੈਜੂਏਸ਼ਨ ਡਿਪਲੋਮਾ ਇਨ ਸੇਲਸ ਐਂਡ ਮਾਰਕੀਟਿੰਗ, ਲੈਵਲ 7। ਅੱਛਾ ਜੀ। ਤਾਂ ਮਤਲਬ ਤੁਸੀਂ ਪਹਿਲੇ ਹੀ ਐਜੂਕੇਟਿਡ ਇੰਡੀਆ ਤੋਂ ਹਾਸਲ ਕਰਨ ਤੋਂ ਬਾਅਦ ਕਿਹੜੇ ਕਾਲਜ ਸੀਗੇ ਤੁਸੀਂ? ਮੈਂ ਉੱਥੇ ਲੁਧਿਆਣਾ ਦੇ ਵਿੱਚ SCD ਗਵਰਨਮੈਂਟ ਕਾਲਜ ਸੀ ਜਿਹੜਾ, ਅਤੇ ਫॉर ਬੋਇਜ਼ ਉੱਥੇ ਮੈਂ ਆਪਣੀ ਗ੍ਰੈਜੂਏਸ਼ਨ ਕੀਤੀ। PU ਚੰਡੀਗੜ੍ਹ ਤੋਂ, ਜੋ ਕਿ ਬਹੁਤ ਮਸ਼ਹੂਰ ਹੈ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ। ਮੈਂ ਉੱਥੋਂ ਆਪਣੀ ਮਾਸਟਰਸ ਕੀਤੀ ਡਿਸਟੈਂਸ। ਹਾਂਜੀ। ਔਰ ਉਸ ਤੋਂ ਬਾਅਦ ਮੈਂ ਜੋਬ ਹੀ ਕੀਤੀ ਹੈ। ਮੈਂ ਮਾਸਟਰਸ ਜਿਹੜੀ ਹੈ ਡਿਸਟੈਂਸ ਕੀਤੀ ਸੀ, ਉਸ ਟਾਈਮ ਮੈਂ ਜੋਬ ਕਰ ਰਿਹਾ ਸੀਗਾ, ਬਟ ਆਈ ਰੀਅਲੀ ਵਾਂਟਡ ਟੂ ਸਟੱਡੀ, ਕਿਉਂਕਿ ਮੈਨੂੰ ਹਮੇਸ਼ਾ ਪੜ੍ਹਨਾ ਵਧੀਆ ਲੱਗਦਾ ਸੀ, ਗੇਨ ਕਰਨਾ ਕੁਛ ਨਵਾਂ ਨਾ। ਹਾਂਜੀ, ਸਕਿੱਲਸ ਡੈਫੀਨੇਟਲੀ, ਕਿਉਂਕਿ ਮੈਨੂੰ ਹਮੇਸ਼ਾ ਇਹ ਰਿਹਾ ਵੈ ਕਿ ਕੁਛ ਨਾ ਕੁਛ ਨਵਾਂ ਸਿੱਖਦੇ ਰਹੀਏ। ਤਾਂ ਹੀ ਇਹੀ ਰੀਜ਼ਨ ਸੀਗਾ ਕਿ ਮੈਂ ਉੱਥੋਂ ਦੀ ਐਡਾ ਵੱਡਾ ਸਟੈਪ ਲਿਆ ਅਤੇ ਮੈਂ ਵਧੀਆ ਸੈਟਲ ਸੀ। ਔਰ ਲਿਟਰਲੀ ਮੈਨੂੰ ਜਦੋਂ ਮੈਂ ਇੱਥੇ ਆਇਆ, ਮੈਨੂੰ ਲੋਕਾਂ ਨੇ ਕਿਹਾ ਕਿ ਤੁਸੀਂ ਇੱਥੇ ਕਿਉਂ ਹੋ, ਕਿਉਂਕਿ ਨੈਚੁਰਲੀ ਇੱਥੇ ਲੋਕ ਆ ਜਾਂਦੇ ਨੇ +2 ਕਰਨ ਤੋਂ ਬਾਅਦ ਜਾਂ ਮੈਕਸ ਗ੍ਰੈਜੂਏਸ਼ਨ ਤੋਂ ਬਾਅਦ। ਅਤੇ ਮੈਂ ਤਾਂ ਉੱਥੇ 5 ਸਾਲ ਜੋਬ ਵੀ ਕੀਤੀ ਹੈ ਗ੍ਰੈਜੂਏਸ਼ਨਸ ਤੋਂ ਬਾਅਦ, ਅਤੇ ਸਟਿਲ ਲਾਈਕ ਤੁਸੀਂ ਦੇਖ ਲਓ ਵੀ। ਤੁਸੀਂ ਇੱਥੇ ਜਿਹੜਾ ਕੋਰਸ ਕੀਤਾ ਉਹ ਕਿਹੜੀ ਕਾਲਜ ਕੀਤਾ? ਓਕੇ, ਸੋ ਮੈਂ ਕੀਤਾ ਸੀ MIT, ਠੀਕ ਹੈ ਜੀ, ਇੱਕ ਟੈਰਸ਼ਰੀ ਕਾਲਜ ਹੈ, ਬਹੁਤ ਰੈਪਿਊਟਿਡ ਕਾਲਜ ਹੈ, ਬੈਕ ਇਨ ਆਕਲੈਂਡ। ਸੋ 2015 'ਚ ਆਇਆ ਸੀਗਾ ਮੈਂ, ਫੈਬ ਇਨਟੇਕ ਸੀਗਾ ਮੇਰਾ, ਅਤੇ ਹੋਪਫੁਲੀ ਮੈਂ ਫੈਬ ਦੇ ਵਿੱਚ ਇੱਥੇ 13 ਜਾਂ 14 ਫੈਬ ਨੂੰ ਆਇਆ ਸੀ, 13 ਫੈਬ ਨੂੰ। ਅਤੇ ਜਦੋਂ ਤੁਸੀਂ ਆਕਲੈਂਡ ਆਏ ਸੀਗੇ, ਇਹ ਤੁਹਾਡਾ ਪਹਿਲਾ ਫੋਰਨ ਟ੍ਰਿਪ ਸੀਗਾ ਜਾਂ ਤੁਸੀਂ ਪਹਿਲੇ ਵੀ ਕਿਤੇ ਗਏ ਸੀਗੇ? ਆਈ ਬੀਨ ਟੂ ਲਾਈਕ ਏਸ਼ੀਅਨ ਕੰਟਰੀਜ਼, ਅਤੇ ਉਸ ਤੋਂ ਬਾਅਦ ਜਿਹੜਾ ਮੈਂ ਵੈਸਟਰਨ ਕੰਟਰੀ ਦੀ ਗੱਲ ਕਰੂੰਗਾ ਤਾਂ ਮੇਰਾ ਫਸਟ ਟ੍ਰਿਪ ਹੀ ਸੀਗਾ, ਠੀਕ ਹੈ ਜੀ। ਅਦਰਵਾਈਜ਼ ਮੈਂ ਮੈਕਸ ਦੇ ਥਰੂ ਬਹੁਤ ਘੁੰਮਿਆ ਮੈਂ। ਸ਼ਾਬਾਸ਼। ਹਾਂਜੀ, ਕਿਉਂਕਿ ਮੈਂ ਹਰ ਉੱਥੇ ਜਿੰਨੇ ਵੀ ਉਹ ਹੁੰਦੇ ਸੀਗੇ ਲਾਈਕ ਕੁਆਟਰਲੀ ਸਾਡੇ ਲਾਈਕ ਕੰਟੈਸਟ ਹੁੰਦੇ ਸੀ, ਮੈਂ ਹਮੇਸ਼ਾ ਕੁਆਲੀਫਾਈ ਕਰਦਾ ਸੀਗਾ ਜੀ। when we say you decided to study and you had to come to a different country, I'm sure ਬੜੇ ਆਪਸ਼ਨਸ ਲੋਕਾਂ ਕੋਲ ਹੁੰਦੇ, ਕੋਈ ਕਹਿੰਦਾ ਵੀ ਮੈਂ US, UK, ਕੈਨੇਡਾ, ਆਸਟ੍ਰੇਲੀਆ ਐਂਡ ਨਿਊਜ਼ੀਲੈਂਡ ਆਫ ਕੋਰਸ। ਤੇ why did it struck you that New Zealand is the country that you wanted to go? ਕੋਈ ਪਲੈਨਿੰਗ ਨਹੀਂ ਸੀ। ਮੈਂ ਸਿਰਫ ਇਹ ਸੋਚਿਆ ਸੀ ਕਿ ਮੈਂ ਬਾਹਰ ਜਾਣਾ, ਜਿੱਦਾਂ ਕਿ ਨੋਰਮਲ ਸੋਚ ਹੁੰਦੀ ਹੈ ਉੱਥੇ ਲੋਕਾਂ ਦੀ,
ਠੀਕ ਹੈ, ਮੇਰੀ ਵੀ ਉਹੀ ਸੋਚ ਸੀ ਕਿ ਮੈਂ ਬਾਹਰ ਜਾਣਾ ਤੇ ਕੁਝ ਕਰਨਾ, ਰਾਈਟ। ਮੈਂ ਇਦਾਂ ਨਹੀਂ ਸੋਚਿਆ ਸੀ ਕਿ ਮੈਂ ਪਾਰਟਿਕੂਲਰਲੀ ਇਸ ਕੰਟਰੀ 'ਚ ਜਾਣਾ। ਨਿਊਜ਼ੀਲੈਂਡ ਤੁਸੀਂ ਮੰਨੋਗੇ ਨਹੀਂ, ਮੇਰਾ ਕੋਈ ਵੀ ਜਾਣਕਾਰ ਨਹੀਂ ਸੀ। ਤੇ ਮੈਂ ਜਸਟ ਚੂਜ਼ ਪਤਾ ਕਿਉਂ ਕੀਤਾ, ਮੇਰਾ ਇੱਕ ਫਰੈਂਡ ਸੀਗਾ, ਉਹਨੇ ਮੈਨੂੰ ਕਿਹਾ, ਕਹਿੰਦਾ ਦੁਨੀਆ 'ਚ ਅਗਰ ਮੈਨੂੰ ਚਾਂਸ ਮਿਲਿਆ ਮੈਂ ਨਿਊਜ਼ੀਲੈਂਡ ਜ਼ਰੂਰ ਜਾਊਂਗਾ। ਮੈਨੂੰ ਪੁੱਛਿਆ ਕਿਉਂ, ਕਹਿੰਦਾ ਛੋਟੀ ਜਿਹੀ ਕੰਟਰੀ ਹੈ, ਬਹੁਤ ਸੋਹਣੀ ਕੰਟਰੀ ਹੈ, ਔਰ ਸਿਰਫ ਤੇ ਸਿਰਫ ਇਹ 'ਚ 5 ਮਿਲੀਅਨ ਲੋਕ, ਉਸ ਟਾਈਮ 4.5 ਮਿਲੀਅਨ ਸੀ। ਉਹਨੇ ਮੈਨੂੰ ਜੋ ਮੈਨੂੰ ਅੱਗੇ ਦੀ ਉਸ ਟਾਈਮ ਦੱਸਿਆ, ਕਹਿੰਦਾ 4.5 ਮਿਲੀਅਨ, ਕਹਿੰਦਾ ਆਪਣੀ ਪੰਜਾਬ ਦੀ ਆਬਾਦੀ ਇਸ ਤੋਂ ਜ਼ਿਆਦਾ ਹੈ। ਉਸ ਟਾਈਮ ਮੈਨੂੰ ਕਲਿੱਕ ਕੀਤਾ, ਯਾਰ ਵਾਈ ਨੋਟ, ਮੈਂ ਵੀ ਜਾਊਂਗਾ ਤੇ ਮੈਂ ਵੀ ਦੇਖੂੰਗਾ। ਮੈਂ ਫਿਰ ਉਸ ਨਿਊਜ਼ੀਲੈਂਡ ਚੂਜ਼ ਕਰ ਲਿਆ। ਅੱਛਾ, ਜਦੋਂ ਤੁਸੀਂ ਆਏ ਸੀਗੇ ਡਾਲਰ ਦਾ ਕੀ ਰੇਟ ਸੀਗਾ? ਓਹੋ ਉਸ ਟਾਈਮ ਮੇਰੇ ਹਿਸਾਬ ਨਾਲ 38-39 ਰੁਪਏ ਸੀ। ਅੱਛਾ ਜੀ। ਤੇ ਅੱਜ ਦੇਖ ਲਓ 50-52 ਹੋ ਗਿਆ, 50 ਦੇ ਗੇਟ 'ਚ ਹੈਗਾ। वेरी गुड, वेरी। बहुत सारे लोग जो देख रहे हैं उनको लग रहा होगा कि यार मतलब इंडिया में इतनी सहूलतें हैं तो बाहर तो और ज़्यादा होंगी, बट आई थिंक ये बताना बड़ा ज़रूरी है कि जो सहूलतें हैं वो किसके लिए हैं और कैसी सहूलतें हैं। ਸੋ ਪਹਿਲੀ ਚੀਜ਼ ਤਾਂ ਜੀ, ਜਿੱਦਾਂ ਹੁਣ ਤੁਸੀਂ ਗੱਲ ਕੀਤੀ ਹੈ ਨਾ ਸਹੂਲਤਾਂ, ਸੋ ਡੈਫੀਨੇਟਲੀ ਮੈਂ ਮਤਲਬ ਜਦੋਂ ਆਇਆ ਸੀ, ਆਈ ਵਾਜ਼ ਟੋਟਲੀ ਸਰਪ੍ਰਾਈਜ਼ਡ। ਦ ਰੀਜ਼ਨ ਬਿਹਾਈਂਡ ਦੈਟ ਕਿ ਫਰਸਟ ਡੇ ਮੈਂ ਆਟਾ ਗੁੰਨਿਆ ਸੀਗਾ, ਔਰ ਜ਼ਿੰਦਗੀ 'ਚ ਪਹਿਲੀ ਵਾਰ ਗੁੰਨਿਆ ਸੀ ਮੈਂ। ਔਰ ਇਹ ਮੈਂ ਤੁਹਾਨੂੰ ਸੱਚੀ ਗੱਲ ਦੱਸੂਗਾ, ਕਿਉਂਕਿ ਆਪਾਂ ਜਿੱਥੇ ਬੈਠੇ ਹਾਂ ਜਿਸ ਪਲੇਟਫਾਰਮ ਤੇ, ਆਈ ਰੀਅਲੀ ਵਾਂਟ ਕਿ ਲੋਕਾਂ ਨੂੰ ਪਤਾ ਚੱਲੇ ਰਿਐਲਿਟੀ ਕੀ ਹੈ। ਠੀਕ ਹੈ ਨਾ, ਇੱਥੇ ਕੁਝ ਬਣਿਆ ਬਣਾਇਆ ਨਹੀਂ ਮਿਲਦਾ, ਇੱਥੇ ਸਟਰਗਲ ਕਰਨਾ ਹੀ ਪੈਂਦਾ। ਔਰ ਦੇਖੋ, ਉੱਥੇ ਤਾਂ ਕਦੇ ਭਾਂਡਾ ਵੀ ਨਹੀਂ ਚੱਕਿਆ ਸੀ ਅਸੀਂ ਖਾਣ ਤੋਂ ਬਾਅਦ, ਠੀਕ ਹੈ ਨਾ ਜੀ। ਸਾਰਾ ਕੁਝ ਜਿੱਦਾਂ ਤੁਸੀਂ ਦੱਸਿਆ, ਮੇਡਸ ਵੀ ਹੈ, ਘਰ ਦੇ ਰੋਟੀ ਬਣਾ ਰਹੇ ਆ, ਆਪਾਂ ਤਾਂ ਜਸਟ ਦੱਸ ਰਹੇ ਹਾਂ ਵੀ ਆਰਡਰ ਕਰ ਰਹੇ ਹਾਂ ਕਿ ਕੀ ਖਾਣਾ। ਬਿਲਕੁਲ ਸਹੀ। ਬਟ ਮਹਾਰਾਜ ਇੱਥੇ ਤਾਂ ਸਾਰਾ ਕੁਝ ਆਪਣੇ ਹੱਥੀਂ ਕਰਨਾ ਪੈਂਦਾ, ਠੀਕ ਹੈ ਜੀ। ਫਰਸਟ ਡੇ ਜਦੋਂ ਮੈਂ ਆਇਆ ਸੀ ਨਾ, ਮੈਨੂੰ ਸਭ ਤੋਂ ਵੱਡੀ ਫੀਲਿੰਗ ਇਹ ਆਈ, ਮੈਂ ਕਿਹਾ ਯਾਰ ਮੈਂ ਕੋਈ ਗਲਤ ਡਿਸੀਜ਼ਨ ਤਾਂ ਨਹੀਂ ਲੈ ਲਿਆ ਲਾਈਫ 'ਚ। ਓਨੈਸਟਲੀ ਜਦੋਂ ਮੈਂ ਆਟਾ ਗੁੰਨਿਆ, ਮੈਂ ਉਸ ਤੋਂ ਬਾਅਦ ਫੀਲ ਕੀਤਾ, ਮੈਂ ਕਿਹਾ ਯਾਰ ਮੇ ਬੀ ਇਹੀ ਰੀਜ਼ਨ ਸੀਗਾ ਮੈਂ ਬਾਹਰ ਆਉਣਾ ਚਾਹੁੰਦਾ ਸੀ ਕਿ ਸੈਲਫ ਡਿਪੈਂਡੈਂਟ ਹੋਣਾ। ਤੇ ਉੱਥੇ ਦੇਖ ਲਓ, ਮੈਂ ਕੁਛ ਵੀ ਜ਼ਿੰਦਗੀ 'ਚ ਨਹੀਂ ਕੀਤਾ ਸੀਗਾ। ਤੇ ਸਹੂਲਤਾਂ ਦੀ ਗੱਲ ਕਰਾਂ ਤਾਂ ਇੱਥੇ ਤਾਂ ਸਹੂਲਤ ਇਹ ਸੀ ਕਿ ਜੋ ਤੁਸੀਂ ਕਰ ਲਓਗੇ ਉਹੀ ਸਹੂਲਤ ਹੈ, ਤੇ ਜੋ ਤੁਸੀਂ ਨਹੀਂ ਕਰੋਗੇ ਉਹ ਤੁਹਾਡੀ ਸਹੂਲਤ ਨਹੀਂ ਹੈ। ਠੀਕ ਹੈ ਨਾ ਜੀ। ਔਰ ਇੱਥੇ ਰੋਟੀ ਵੀ ਬਣਾਉਣੀ ਤੁਹਾਨੂੰ ਆਪ ਹੀ ਬਣਾਉਣੀ ਪੈਣੀ ਹੈ। ਮੈਂ 56 ਰੋਟੀਆਂ ਬਣਾਉਂਦਾ ਰਿਹਾ ਵਾਂ ਫਸਟ ਈਅਰ ਜਦੋਂ ਮੈਂ ਇੱਥੇ ਆਇਆ ਸੀ, ਐਵਰੀ ਡੇ ਵਿਦਆਊਟ ਫੇਲ। For all your flatmates, I'm sure. 100%। ਕਿਉਂ? ਡਿਊਟੀਆਂ ਵੰਡੀਆਂ ਹੋਈਆਂ ਸੀ। ਇੱਕ ਨੇ ਰੋਟੀ ਬਣਾਉਣੀ ਹੈ, ਇੱਕ ਨੇ ਆਟਾ ਗੁੰਨਣਾ ਹੈ, ਇੱਕ ਨੇ ਵੇਲਣਾ ਹੈ, ਇੱਕ ਨੇ ਸਬਜ਼ੀ ਬਣਾਉਣੀ ਹੈ। ਅਸੀਂ ਸੀਗੇ 9 ਤੋਂ 10 ਜਾਣੇ, ਠੀਕ ਹੈ ਜੀ। ਕਦੇ ਕਦੇ ਮੈਨੂੰ ਆਫ ਮਿਲ ਜਾਂਦਾ ਸੀ ਇਹਦੇ ਵਿੱਚੋਂ, ਬਟ ਮੋਸਟ ਆਫ ਦਾ ਟਾਈਮ ਮੈਨੂੰ ਰੋਟੀਆਂ ਬਣਾਉਣੀਆਂ ਹੀ ਪੈਂਦੀਆਂ ਸੀ। ਸਲੋਲੀ ਲਰਨ ਕੀਤਾ, ਬਟ ਡੈਫੀਨੇਟਲੀ ਉਹ ਲਰਨਿੰਗ ਬਹੁਤ ਬੈਸਟ ਸੀ ਅੱਜ ਦੀ ਡੇਟ 'ਚ। ਬਟ ਸਟਾਰਟਿੰਗ 'ਚ ਕੁਛ ਵੀ ਪੱਕਿਆ ਪਕਾਇਆ ਨਹੀਂ ਮਿਲਿਆ। ਹੁਣ ਤੁਸੀਂ ਗੋਲ ਰੋਟੀ ਬਣਾ ਲੈਂਦੇ ਹੋ? ਹਾਂਜੀ। ਹੁਣ ਤੁਸੀਂ ਜੋ ਕਹੋਗੇ, ਜਿਹੜੀ ਮਰਜ਼ੀ ਸਬਜ਼ੀ ਕਹੋਗੇ, ਦਾਲ ਕਹੋਗੇ, ਰੋਟੀ ਕਹੋਗੇ, ਮੈਂ ਸਭ ਕੁਝ ਕਰ ਸਕਦਾ ਹਾਂ। क्यों? ਅਸੀਂ ਇੱਥੋਂ ਹੀ ਸਿੱਖਿਆ, ਧੱਕੇ ਖਾ ਕੇ ਸਿੱਖਿਆ। वेरी गुड। फाइनली आपने घर ले लिया, आपने यहाँ पे शुरुआत करी। घर लेना भी अपने आप में कहानी, उस पर भी आते हैं। बट जब आप फ्लैटमेट्स के साथ रहते थे, उस दौरान से लेकर आपकी जो जर्नी है, जब आपने एक ऐसी इंश्योरेंस कंपनी में काम करते हैं जो इतने सारे लोगों के साथ काम करती है, सेलिब्रिटीज़ के साथ काम करती है, तो ये जो जर्नी थी, इसके अंदर कहीं तो कोई टर्निंग पॉइंट रहा होगा कि यार अब ये नहीं करना, अब मुझे ये करना है। द रीजन बिहाइंड दैट कि मैं 5 साल ਜਿਹੜਾ ਇੰਡੀਆ ਕੰਮ ਕਰ ਲਿਆ ਨਾ, ਉਸ ਚੀਜ਼ ਨੇ ਮੈਨੂੰ ਬਹੁਤ ਸਿਖਾਇਆ ਕਿ ਬਈ ਅਗਰ ਕਾਮਯਾਬ ਹੋਣਾ ਤਾਂ ਕਹਿੰਦੇ ਨਾ ਵੀ ਇੱਕ ਦਾ ਲੜ ਫੜ ਲਓ। ਜੇ ਦੋ ਦਾ ਲੜ ਫੜਾਂਗੇ, ਇੱਕ ਬੇੜੀ 'ਚ ਤਰਦੇ ਜਿਹੜੇ ਪਾਰ ਹੋ ਜਾਂਦੇ ਆ, ਦੋ ਬੇੜੀਆਂ ਵਾਲੇ ਡੁੱਬ ਵਿੱਚ ਘਰ ਹੀ ਜਾਂਦੇ ਨੇ। ਮੈਂ ਫੋਕਸ ਹੀ ਇੱਕ ਰੱਖਿਆ ਸੀ, ਮੈਂ ਇੰਸ਼ੋਰੈਂਸ ਇੰਡਸਟਰੀ ਨਹੀਂ ਛੱਡਣੀ, ਬਿਕੋਜ਼ ਆਈ ਗੋਟ ਅ ਸਕਸੈਸ ਲਾਈਕ ਬੈਕ ਇਨ ਇੰਡੀਆ, ਰਾਈਟ। ਤੇ ਮੈਂ ਚਾਹੁੰਦਾ ਹੀ ਨਹੀਂ ਸੀ ਕਿ ਮੈਂ ਹੋਰ ਫੀਲਡ ਚੂਜ਼ ਕਰਾਂ ਤੇ ਉਹਦੇ ਵਿੱਚ ਜਾਵਾਂ। ਤੇ ਜਦੋਂ ਮੈਂ ਇੰਸ਼ੋਰੈਂਸ ਇੰਡਸਟਰੀ 'ਚ ਆਇਆ, ਮੈਂ ਪਹਿਲੇ ਦਿਨ ਤੋਂ ਹੀ ਅੰਦਾਜ਼ਾ ਲਗਾ ਲਿਆ ਸੀ ਕਿ ਫਸਟ ਥਿੰਗ, ਇੰਡੀਆ ਵਰਗੀ ਇੰਸ਼ੋਰੈਂਸ ਇੰਡਸਟਰੀ ਨਹੀਂ ਹੈ ਇੱਥੇ, ਦੈਟ ਇਜ਼ ਟੋਟਲੀ ਡਿਫਰੈਂਟ। ਤੇ ਇਹਦੇ ਵਿੱਚ ਕਰੀਅਰ ਪਾਥ ਹੈ ਜਿਹੜਾ ਉਹ ਬਹੁਤ ਵਧੀਆ ਹੈ। ਔਰ ਮੈਂ ਇਹ ਵੀ ਸੋਚ ਲਿਆ ਸੀ ਮੈਂ ਕਰੀਅਰ ਇਹਦੇ ਵਿੱਚ ਆਪਣਾ ਬਣਾਊਂਗਾ। ਤੇ ਮੈਂ ਆਪਣਾ ਜਿਹੜਾ ਮਾਈਂਡ ਸੈਟ ਨਾ ਬੜਾ ਸਟਰੋਂਗ ਰੱਖਿਆ। ਮੈਂ ਕਿਸੇ ਨੂੰ ਪੁੱਛਿਆ ਨਹੀਂ ਕਿ ਮੈਂ ਕੀ ਕਰਨਾ, ਟਰਾਈ ਕੀਤੀ ਕਿ ਆਪਣੇ ਤੱਕ ਹੀ ਆਪਣੇ ਪਰਿਵਾਰ ਤੱਕ ਜੋ ਵੀ ਗੱਲ ਹੈ ਸ਼ੇਅਰ ਕੀਤੀ ਜਾਂ ਉਹਨਾਂ ਤੋਂ ਸਲਾਹ ਲਈ। ਬਟ ਟੁਡੇ ਯੂ ਆਲਰੇਡੀ ਸੀਨ ਮੀ ਕਿ ਜੋ ਵੀ ਮੈਂ ਕਰ ਰਿਹਾ, ਚਲੋ ਕਿਰਪਾ ਉਸ ਮਹਾਰਾਜ ਦੀ ਹੁੰਦੀ ਹੈ, ਬਟ ਡੈਫੀਨੇਟਲੀ ਪੇਰੈਂਟਸ ਦਾ ਜਿਹੜਾ ਤੁਹਾਡਾ ਲਵ ਹੈ ਤੇ ਉਹਨਾਂ ਦੀਆਂ ਬਲੈਸਿੰਗਸ ਹੈ, ਉਹ ਬਹੁਤ ਕੰਮ ਕਰਦੀਆਂ ਨੇ। ਐਬਸੋਲੂਟਲੀ। ਸੋ ਜਿਵੇਂ ਲੋਕੀ ਕਹਿੰਦੇ ਆ ਕਿ ਯਾਰ ਉਹ ਬਾਹਰ ਜਾ ਕੇ ਬਦਲ ਗਿਆ ਹੈ, ਉਹ ਪੁੱਛਦਾ ਨਹੀਂ, ਉਹ ਫੋਨ ਨਹੀਂ ਕਰਦਾ। ਹਾਂਜੀ, ਤੇ ਉਹਦੇ ਬਹੁਤ ਵਧੀਆ ਤੁਹਾਡਾ ਇਹ ਕੁਐਸਚਨ ਹੈ। ਆਈ ਵੁੱਡ ਲਵ ਟੂ ਆਨਸਰ ਇਹ ਜਿਹੜੇ ਕੁਐਸਚਨ ਦਾ ਆਨਸਰ ਮੈਂ ਤੁਹਾਨੂੰ ਇਸ ਤਰੀਕੇ ਨਾਲ ਦਊਂਗਾ ਜੋ ਮੈਂ ਪ੍ਰੈਕਟੀਕਲੀ ਦੇਖਿਆ। ਸੋ ਇੱਥੇ ਲੋਕ, ਤੁਸੀਂ ਜਿਹੜੀ ਗੱਲ ਕਹੀ ਹੈ ਨਾ, ਏਦਾਂ ਹੁੰਦਾ ਇੱਥੇ ਲੋਕ ਬਦਲਦੇ ਆ। ਬਦਲਦੇ ਕੌਣ ਹੈ? ਜਿਨ੍ਹਾਂ ਨੇ ਆਪਣਾ ਕੋਈ ਵੀ ਪਿੱਛੇ ਉਹਨਾਂ ਦੀ ਰਿਸਪੌਂਸਿਬਿਲਿਟੀ ਨਹੀਂ ਹੈਗੀ,
ਇੱਥੇ ਰਿਸਪੌਂਸਿਬਿਲਟੀ ਨਹੀਂ ਹੈਗੀ ਔਰ ਬਹੁਤ ਜ਼ਿਆਦਾ ਯੰਗ ਏਜ 'ਚ ਵਿਦਆਊਟ ਉਹਦੇ 'ਤੇ ਟਵਾਈਸ ਜਾਂ ਥਰਾਈਸ ਕੋਈ ਜਿਵੇਂ ਥਾਟ ਪ੍ਰੋਸੈਸ ਦਿੱਤਾ ਹੋਵੇ ਜਾਂ ਸਲਾਹ ਲਿੱਤੀ ਹੋਵੇ ਚੰਗੀ, ਉਸ ਤੋਂ ਬਿਨਾਂ ਇੱਥੇ ਆ ਜਾਂਦੇ ਨੇ। ਅੱਛਾ, ਮਤਲਬ ਜਿਹੜੇ ਬੰਦੇ ਸਿਰਫ ਬਾਹਰ ਜਾਣਾ ਸੋਚ ਕੇ ਆ ਰਹੇ ਨੇ, ਜਾਂ ਫਿਰ ਦੂਜੇ ਤਰੀਕੇ ਦੇ ਬੰਦੇ ਹੈਗੇ ਨੇ ਜਿਹੜੇ ਪਲਾਨ ਕਰਕੇ ਆ ਰਹੇ ਨੇ ਕਿ ਮੈਂ ਉੱਥੇ ਜਾ ਕੇ ਕਰਨਾ ਕੀ ਹੈ। ਡੈਫੀਨੇਟਲੀ ਸੋ ਦੋ ਤਰ੍ਹਾਂ ਦੇ ਬੰਦੇ ਨੇ, ਮੈਂ ਦੋ ਹੀ ਤਰ੍ਹਾਂ ਦੇ ਦੇਖੇ ਨੇ। ਔਰ ਜਿਹੜੇ ਉੱਥੋਂ ਦੀ ਪਲਾਨ ਕਰਕੇ ਆਏ ਆ ਮੈਂ ਇੱਥੇ ਸਕਸੈਸਫੁਲੀ ਦੇਖੇ ਆ, ਬਟ ਜਿਹੜੇ ਨਹੀਂ ਪਲਾਨ ਕਰਦੇ ਆਏ, ਓਨੈਸਟਲੀ ਸਪੀਕਿੰਗ ਮੈਂ 10 ਸਾਲ ਹੋ ਗਏ ਮੈਨੂੰ ਲਿਟਰਲੀ, ਕਿਉਂਕਿ ਮੇਰਾ ਕਲਾਇੰਟ ਬੇਸ ਹੀ ਇਦਾਂ ਇੰਸ਼ੋਰੈਂਸ ਇੰਡਸਟਰੀ 'ਚ, ਉਹ ਮੈਨੂੰ ਆਪ ਕਹਿੰਦੇ ਨੇ ਭਾਈ ਯਾਰ ਅਸੀਂ ਅੱਜ ਤੱਕ ਡਿਸਾਈਡ ਹੀ ਨਹੀਂ ਕਰ ਪਾਏ ਅਸੀਂ ਕਰਨਾ ਕੀ ਹੈ। ਐਬਸੋਲੂਟਲੀ ਦੈਟ ਇਜ਼ ਅ ਬਿਗ ਲੂਪ ਹੋਲ। ਸੋ ਆਈ ਵੁੱਡ ਹਾਈਲੀ ਰეკਮੈਂਡ, ਜੇ ਕੋਈ ਵੀ ਉੱਥੋਂ ਆਉਂਦਾ ਪਹਿਲਾਂ ਪਲਾਨ ਕਰੋ ਔਰ ਦੇਖੋ ਕਿ ਤੁਹਾਡਾ ਆਪਣਾ ਸਕਸੈਸ ਰੇਟ ਜ਼ਿਆਦਾ ਕਿੱਥੇ ਹੈ ਲਾਈਫ 'ਚ, ਠੀਕ ਹੈ ਨਾ, ਉਹਨੂੰ ਪਲਾਨ ਕਰੋ ਔਰ ਉਹੀ ਫੀਲਡ ਦੇ ਵਿੱਚ ਇੱਥੇ ਆ ਕੇ ਟਰਾਈ ਕਰੋ ਕਿ ਉਹਦੇ ਵਿੱਚੋਂ ਹੀ ਸਕਸੈਸ ਲੈਣਾ, ਕਿਉਂਕਿ ਉਸ ਚੀਜ਼ ਨੇ ਤੁਹਾਨੂੰ ਬਹੁਤ ਅੱਗੇ ਲੈ ਕੇ ਜਾਣਾ, ਅਦਰਵਾਈਜ਼ ਤੁਸੀਂ ਫੇਲ ਹੋ ਜਾਓਗੇ। ਅੱਛਾ, ਤੇ ਜਿਹੜੇ ਤੁਸੀਂ ਜਿਵੇਂ ਦੱਸੇ ਸਾਨੂੰ ਇਨੀਸ਼ੀਅਲ ਚੈਲੰਜਸ ਤੁਹਾਨੂੰ ਕਾਫੀ ਆਏ ਕਿ ਯਾਰ ਬਈ ਘਰ ਲੈਣਾ, ਰੋਟੀਆਂ ਆਪ ਬਣਾਉਣੀਆਂ, ਸਫਾਈਆਂ, ਸਭ ਕੁਝ ਕਰਨਾ, ਕੰਮ ਤੇ ਵੀ ਜਾਣਾ, ਕਾਲਜ ਵੀ ਜਾਣਾ, ਐਂਡ ਮੇਕਿੰਗ ਸ਼ੋਰ ਦੈਟ ਐਵਰੀਥਿੰਗ ਇਜ਼ ਔਨ ਦਾ ਟਰੈਕ, ਚਾਹੇ ਉਹ ਤੁਹਾਡੀ ਸਟੱਡੀ ਜ਼ੋਨ, ਚਾਹੇ ਉਹ ਕੁਝ ਹੋਰ ਵੀ ਹੋਏ। ਨਾਓ apart from family, is there any support system that you have in a country like this where you do not know anyone? ਜਾਂ ਫਿਰ ਕਿਉਂਕਿ ਜੋ ਘਰਦੇ ਨੂੰ ਵੀ ਬਾਰ-ਬਾਰ ਫੋਨ ਕਰਕੇ ਕੁਝ ਕਹੋਗੇ ਤਾਂ ਯਾਰ ਉਹ ਵੀ ਵਿਚਾਰੇ ਪਰੇਸ਼ਾਨ ਹੀ ਹੋਣਗੇ, ਹੈਲਪ ਤੇ ਕੁਝ ਨਹੀਂ ਕਰ ਸਕਦੇ ਨਾ ਵਿਚਾਰੇ। ਤੇ ਮੈਂ ਵੀ ਦੇਖਿਆ ਕਾਫੀ ਦੋਸਤ ਯਾਰ ਹੁੰਦੇ ਜਿਵੇਂ ਕਿ ਆ ਜਦੋਂ ਨਵੇਂ ਆਏ ਸੀਗੇ, ਉਹ ਮੰਮਾ ਮੈਨੂੰ ਇਹ ਨਹੀਂ ਆ ਰਿਹਾ, ਉਹ ਨਹੀਂ ਆ ਰਿਹਾ, ਬਟ ਅਲਟੀਮੇਟਲੀ ਦੇ ਲਰਨਡ ਆਲ ਦੈਟ ਐਂਡ ਦੇ ਸਟਾਰਟਡ ਡੂਇੰਗ ਇਟ। ਸੋ what do you have to say about? I think I was lucky enough ਕਿ ਮੈਂ ਉਸ ਟਾਈਮ ਤੇ ਮੈਚੁਰ ਸੀ ਕਿ ਮੈਂ ਛੋਟੀਆਂ ਪ੍ਰੋਬਲਮਸ ਆਪਣੇ ਘਰਦਿਆਂ ਨੂੰ ਨਹੀਂ ਦੱਸਣੀਆਂ। ਮੈਂ ਇਹ ਕਹੂੰਗਾ ਕਿ ਜੇ ਤੁਸੀਂ ਹੈਲਪ ਦੀ ਗੱਲ ਕਰੋ ਤਾਂ ਰੱਬ ਦੀ ਹੋਈ ਹੈਲਪ ਸੀ ਆਪਾਂ ਨੂੰ, ਐਬਸੋਲੂਟਲੀ, ਤੇ ਪੈਰੈਂਟਸ ਦੀਆਂ ਬਲੈਸਿੰਗ ਸੀਗੀਆਂ ਜਿੱਦਾਂ ਮੈਂ ਤੁਹਾਨੂੰ ਕਿਹਾ। ਔਰ ਜਦੋਂ ਤੁਸੀਂ ਛੋਟੀਆਂ ਗੱਲਾਂ ਘਰਦਿਆਂ ਨੂੰ ਦੱਸਣੀਆਂ ਸ਼ੁਰੂ ਕਰ ਦਿੰਦੇ ਹੋ, ਤੁਸੀਂ ਉਹਨਾਂ ਨੂੰ ਵੀ ਸਟ੍ਰੈਸ 'ਚ ਲੈ ਜਾਂਦੇ ਹੋ। ਉਹ ਕੀ ਕਰ ਸਕਦੇ ਆ ਤੁਹਾਡੇ ਲਈ? ਨਾ ਉਹ ਆ ਸਕਦੇ ਆ, ਨਾ ਤੁਸੀਂ ਜਾ ਸਕਦੇ ਹੋ। ਸੋ ਇਟਸ ਬੈਟਰ, ਅਗਰ ਤੁਹਾਨੂੰ ਲੱਗਦਾ ਕਿ ਤੁਹਾਡੇ 'ਚ ਇੰਨੀ ਕੈਪੇਬਿਲਿਟੀ ਹੈ that you can come or overcome of all the difficulties you're gonna face or all the challenges you will gonna face, you are prepared enough, only then you take decision to come here। ਮੈਂ ਜਿੱਦਾਂ ਦੱਸਿਆ ਮੈਨੂੰ ਰੱਬ ਨੇ ਹੀ ਕੀਤੀ ਹੈ, ਜਾਂ ਮੇਰੇ ਪੇਰੈਂਟਸ ਦੀ ਸਪੋਰਟ ਕਿੱਦਾਂ ਸੀਗੀ ਕਿ ਇਮੋਸ਼ਨਲ ਸਪੋਰਟ, ਜਾਂ ਕਹਿ ਲਓ ਮੈਂ ਕਦੇ ਉਹਨਾਂ ਨੂੰ ਦੱਸੀ ਨਹੀਂ ਪ੍ਰੋਬਲਮ, ਬਟ ਉਹਨਾਂ ਦੀਆਂ ਬਲੈਸਿੰਗਸ ਮੇਰੇ ਲਈ ਬਹੁਤ ਕੰਮ ਕੀਤੀਆਂ, ਪਰ ਹਰ ਇੱਕ ਚੈਲੰਜ ਮੈਂ ਆਪ ਹੀ ਕੀਤਾ ਵਾ। ਮੈਂ ਇਹੀ ਗੱਲ ਕਹੂੰਗਾ, ਮੇਰੀ ਇਹ ਅਪੀਲ ਵੀ ਹੈ ਪੇਰੈਂਟਸ ਨੂੰ ਜਿਹੜੇ ਆਪਣੇ ਬੱਚਿਆਂ ਨੂੰ ਬਾਹਰ ਭੇਜਦੇ ਆ, ਵੀ ਤੁਹਾਡਾ ਬੱਚਾ ਮੈਚਿਓਰ ਇਨਫ ਹੋਣਾ ਚਾਹੀਦਾ ਵਾ ਕਿ ਉਹਨੂੰ ਆਪਣੇ ਸਹੀ ਤੇ ਗਲਤ ਦਾ ਪਤਾ ਹੋਵੇ। ਤੇ ਜੇ ਉਹਨੂੰ ਇਹ ਤੁਹਾਨੂੰ ਕਿਤੇ ਵੀ ਡਾਊਟ ਲੱਗ ਰਿਹਾ ਕਿ ਉਹਨੂੰ ਆਪਣੇ ਸਹੀ ਗਲਤ ਦਾ ਪਤਾ ਨਹੀਂ ਹੈ, ਤਾਂ ਮੇਰੀ ਹੱਥ ਜੋੜ ਕੇ ਤੁਹਾਨੂੰ ਬੇਨਤੀ ਹੈ ਕਿ ਪਲੀਜ਼ ਇਹ ਚੀਜ਼ ਤੱਕ ਪਹਿਲਾਂ ਉਹਨੂੰ ਪਹੁੰਚਾਓ, ਫਿਰ ਉਹਨੂੰ ਬਾਹਰ ਭੇਜੋ, ਅਦਰਵਾਈਜ਼ ਇੱਥੇ ਲਾਈਫ ਬਹੁਤ ਹਾਰਡ ਹੈ। ਅੱਛਾ, ਥੋੜਾ ਨਿਊਜ਼ੀਲੈਂਡ ਦੇ ਬਾਰੇ ਗੱਲ ਕਰਦੇ ਹਾਂ ਕਿ ਇੱਥੇ ਜਿਹੜੀ ਲਿਵਿੰਗ ਐਕਸਪੈਂਸਿਸ ਹੈਗੇ ਆ, ਜਿਵੇਂ ਅਸੀਂ ਇੰਡੀਆ ਰਹਿੰਦੇ ਹਾਂ ਤੇ ਅਸੀਂ ਸਾਡਾ ਆਪਣਾ ਘਰ ਹੁੰਦਾ ਯਾਰ, ਵੀ ਡੋਂਟ ਹੈਵ ਟੂ ਪੇ ਅ ਰੈਂਟ, ਵੀ ਡੋਂਟ ਹੈਵ ਟੂ ਲਾਈਕ ਦੇयर इज ਅ ਮੇਡ ਆਲਸੋ, ਇਟਸ ਵੈਰੀ ਯੂ ਨੋ 500 1000 2000 ਆਲ ਦੈਟ, ਐਂਡ ਪੇਰੈਂਟਸ ਪੇ ਦ ਬਿਲ ਜਨਰਲੀ। ਮਤਲਬ ਮੈਨੂੰ ਤਾਂ ਯਾਰ ਜਦੋਂ ਮੈਂ ਕੰਮ ਕਰਦਾ ਸੀ ਇੰਡੀਆ, ਉਹਦੇ ਬਾਵਜੂਦ ਵੀ ਮੰਮਾ ਨੂੰ ਪੈਸੇ ਦੇ ਕੇ ਭੁੱਲ ਜਾਣਾ ਕਿ ਘਰ ਦਾ ਕਿਹੜਾ ਕੰਮ ਕਿਵੇਂ ਕਰਨਾ ਹੈ, ਉਹ ਮੰਮਾ ਨੇ ਆਪੇ ਕਰ ਦੇਣਾ, ਪਾਪਾ ਨੇ ਆਪੇ ਕਰ ਦੇਣਾ। But when you come here, the living expenses are the biggest, chunk of your money that you earn. तो student visa पे तो चलो मेरे को लगता है limited काम होता है 20 घंटे का, उसमें तो आपकी मजबूरी है कि यार मुझे limited groceries, या ये नहीं कि हर हफ्ते ही हम क्लब जा रहे हैं and all of that. No. So we have to make sure that we spend that money wisely. But when you actually stay here for 2 years and maybe you're on a work visa after your education, ਉਹਦੇ ਲਈ how do you manage the lifestyle, keeping in mind that the living expenses are also in sync with your salary? ਇਹ ਨਹੀਂ ਹੋ ਸਕਦਾ ਨਾ ਕਿ ਮੈਂ ਇੰਡੀਆ ਦੇ ਪੈਸੇ ਭੇਜਨੇ ਆ ਮੈਂ ਤੇ ਮੈਂ ਆਪਣੇ ਕੋਲ ਰੱਖ ਵੀ ਲਏ ਤੇ ਮੈਂ ਪਾਰਟੀ ਵੀ ਕਰ ਲਈ ਤੇ ਫਿਰ ਮਤਲਬ ਇਹਨਾਂ ਤੋਂ ਨਹੀਂ ਕਮਾ ਰਹੇ ਸੀ ਨਾ। So how do you manage? So ਕਿਤੇ ਨਾ ਕਿਤੇ ਇਹ ਮੇਰੀ ਪਾਰਟ ਆਫ ਜੌਬ ਵੀ ਹੈ, ਆਪਾਂ ਬੀਨ ਥਰੂ ਹੋਏ ਆ ਪ੍ਰੋਸੈਸ ਦੇ। ਸੋ ਬੇਸਿਕਲੀ ਆਪਣੇ ਆਪ ਨੂੰ ਬਜਟ ਕਰਨਾ ਇਜ਼ ਵੈਰੀ ਇੰਪੋਰਟੈਂਟ ਇੱਥੇ, ਕਿਉਂਕਿ ਇੱਥੇ ਹਰ ਇੱਕ ਬਿੱਲ ਤੁਸੀਂ ਆਪ ਪੇ ਕਰਨਾ ਹੈ। ਉਹ ਨਿੱਕੇ ਤੋਂ ਨਿੱਕਾ ਵਾ, ਇਹ ਗੱਲ ਸਟਾਰਟ ਹੋ ਜਾਂਦੀ ਹੈ ਕਾਰ ਇੰਸ਼ੋਰੈਂਸ ਤੋਂ, ਕਿਉਂਕਿ ਸਭ ਤੋਂ ਪਹਿਲਾਂ ਗੱਡੀ ਲੈਂਦੇ ਹੋ, ਫਿਰ ਕਈ ਬੰਦੇ ਗੱਡੀਆਂ ਵੀ ਕਿਸ਼ਤਾਂ ਤੇ ਲੈ ਲੈਂਦੇ ਨੇ, ਠੀਕ ਹੈ ਨਾ, ਜੋ ਕਿ ਮੈਂ ਕਦੀ ਰეკਮੈਂਡ ਨਹੀਂ ਕਰਦਾ, ਤੁਹਾਡੀ ਪੋਕਟ ਨਹੀਂ ਅਲਾਓ ਕਰਦੀ। ਪਬਲਿਕ ਟਰਾਂਸਪੋਰਟ ਯੂਜ਼ ਕਰੋ, ਪਬਲਿਕ ਟਰਾਂਸਪੋਰਟ ਯੂਜ਼ ਨਹੀਂ ਕਰਦੇ, ਕਿਸੇ ਫਰੈਂਡ ਤੋਂ ਹੈਲਪ ਮੰਗੋ, ਹੈਲਪ ਨਹੀਂ ਮੰਗ ਸਕਦੇ, ਗੱਡੀ ਲਓ ਜਦੋਂ ਤੁਸੀਂ ਅਫੋਰਡ ਕਰ ਸਕਦੇ ਹੋ। ਇੰਸ਼ੋਰੈਂਸ, ਇਲੈਕਟ੍ਰਿਸਿਟੀ ਬਿੱਲ, ਫੋਨ ਬਿੱਲ,
ਆਪਣਾ ਉਹਨੂੰ ਕੀ ਕਹਿੰਦੇ ਇੰਟਰਨੈਟ ਬਿੱਲ, ਗਰੋਸਰੀਜ਼, ਠੀਕ ਹੈ ਨਾ ਜੀ। ਜੇ ਮੈਂ ਮਿਨੀਮਮ ਟੂ ਮਿਨੀਮਮ ਲਗਾ ਕੇ ਚੱਲਾਂ, ਇੱਕ ਕਪਲ ਇੱਥੇ ਐਵਰੇਜ $250 ਤੋਂ $300 ਸਪੈਂਡ ਕਰਦਾ ਵਾ ਵੀਕ ਦਾ, ਅਪਾਰਟ ਫਰੋਮ ਰੈਂਟ। ਹਾਲੇ ਨਿਆਣੇ ਨਹੀਂ ਹੈਗੇ, ਮੈਂ ਹਾਲੇ ਨਿਆਣਿਆਂ ਦੀ ਗੱਲ ਨਹੀਂ ਕੀਤੀ। Very good. ਔਰ ਜੇ ਤੁਸੀਂ ਨਿਆਣਿਆਂ ਨੂੰ ਇਨਕਲੂਡ ਕਰਦੇ ਹੋ 350 ਤੋਂ 400 ਦੀ ਗੱਲ ਆ ਇਹ, ਔਰ ਪਲੱਸ ਤੁਹਾਡਾ ਜਿਹੜਾ ਰੈਂਟ ਹੈ। ਸੋ ਇੱਕ ਇਨਕਮ ਸਟ੍ਰੇਟ ਅਪ ਐਕਸਪੈਂਸਿਸ ਐਂਡ ਰੈਂਟ ਦੇ ਵਿੱਚ ਜਾਂਦੀ ਹੈ। ਤੇ ਜਿਹੜੀ ਮਿਨੀਮਮ ਇਨਕਮ ਇੱਥੇ ਹੈਗੀ ਹੈ ਉਹ ਹੈਗੀ ਹੈ ਅਰਾਊਂਡ 29 ਪੁਆਇੰਟ ਸਮਥਿੰਗ ਹਿਸਾਬ ਤਾਂ ਫਿਰ ਬੰਦੇ ਕਰੰਟਲੀ ਮੇਰੇ ਹਿਸਾਬ ਨਾਲ 22-70 ਚੱਲ ਰਹੀ ਹੈ। ਅੱਛਾ, ਹਾਂਜੀ, ਹਲੇ 22-70 ਮੀਡੀਅਨ ਵੇਜ ਹੈ। ਅੱਛਾ, ਉਹ ਮੀਡੀਅਨ ਵੇਜ ਹੈ। ਫਰਕ ਕੀ ਦੋਵਾਂ ਵਿੱਚ? ਦੋਨਾਂ ਦੇ ਵਿੱਚ ਦੇਖੋ, ਮਿਨੀਮਮ ਵੇਜ ਹੈ ਜਿਹੜੀ ਕਿ ਕੋਈ ਵੀ ਜੌਬ ਤੁਸੀਂ ਕਰੋਗੇ ਤਾਂ ਮਿਨੀਮਮ ਤੁਹਾਡਾ EMPLOYER ਤੁਹਾਨੂੰ ਇੰਨੀ ਪੇਮੈਂਟ ਦੇਗਾ ਹੀ ਦੇਗਾ। ਮੈਨੂੰ ਸ਼ੋਰ ਨਹੀਂ 22-70 ਹੈ, ਅਗੇਨ ਇੰਨੀ ਕੀ ਹੈ। ਬਟ ਜਿਹੜੀ ਮੀਡੀਅਨ ਵੇਜ ਹੈ, ਜਿਵੇਂ ਕਿ ਤੁਸੀਂ ਹੁਣ ਇੱਥੇ ਆ ਗਏ ਹੋ, ਤੁਹਾਡੇ ਕੋਲ ਐਕਸਪੀਰੀਅੰਸ ਹੈ, ਜਾਂ ਤੁਹਾਡੇ ਕੋਲ ਇੰਡੀਆ ਤੋਂ ਐਕਸਪੀਰੀਅੰਸ ਹੈ, ਜਾਂ ਕੋਈ ਵੀ ਕੰਟਰੀ ਤੋਂ ਤੁਸੀਂ ਆ ਰਹੇ ਹੋ, ਤੁਹਾਡੇ ਕੋਲ ਬਹੁਤ ਵਧੀਆ ਐਕਸਪੀਰੀਅੰਸ ਹੈ, ਸਕਿਲਡ ਮੈਨੂਅਲ ਜਾਂ ਸਕਿਲਡ ਜੌਬ ਦੇ ਵਿੱਚ ਮੀਡੀਅਨ ਵੇਜ ਉਸ ਨੂੰ ਕਿਹਾ ਗਿਆ ਕਿ ਜਿਹਦੇ ਤੋਂ ਤੁਸੀਂ ਆਪਣਾ ਵੇ ਔਰ ਪਾਥ ਟੂ ਰੈਜ਼ੀਡੈਂਸ ਲਈ ਮਿਨੀਮਮ ਰਿਕੁਆਇਰਮੈਂਟ ਆ ਉਹ। ਸਮਝ ਗਿਆ ਜੀ। ਠੀਕ ਹੈ ਜੀ, ਵੀ ਮੀਡੀਅਨ ਵੇਜ ਮੀਨਸ ਮਿਨੀਮਮ ਰਿਕੁਆਇਰਮੈਂਟ ਟੂ ਅਪਲਾਈ ਫॉर ਰੈਜ਼ੀਡੈਂਸ। ਆਈ ਐਮ ਪ੍ਰੀਟੀ ਸ਼ੋਰ, ਜੋ ਮੈਨੂੰ ਲੱਗਦਾ। ਬਾਕੀ ਇਹ ਤੁਸੀਂ ਡਬਲ ਚੈੱਕ ਵੀ ਕਰ ਸਕਦੇ ਹੋ। ਥੋੜੀ ਜਿਹੜੀ ਗੱਲ ਹੈ ਇਹਦਾ ਮਤਲਬ ਇਹ ਹੋਇਆ ਕਿ ਯੂ ਹੈਵ ਟੂ ਲਰਨ ਅ ਸਕਿੱਲ। ਸਿਰਫ ਕੰਮ ਕਰਨਾ ਜ਼ਰੂਰੀ ਨਹੀਂ ਹੈ, ਤੁਹਾਨੂੰ ਉਹ ਸਕਿੱਲ ਵੀ ਲਰਨ ਕਰਨਾ ਹੈ ਤਾਂ ਕਿ ਤੁਸੀਂ ਐਕਸੈਲ ਕਰ ਸਕੋ ਤੇ ਉਸ ਮੀਡੀਅਨ ਵੇਜ ਤੇ ਆ ਸਕੋ, ਸੋ ਦੈਟ ਯੂ ਅਰਨ ਅ ਲਿਟਲ ਮੋਰ ਮਨੀ ਫਰਮ ਯੋਰ ਪੀਅਰਸ ਐਂਡ ਦੈਟ ਮਨੀ ਐਕਚੁਅਲੀ ਹੈਲਪਸ ਯੂ ਟੂ ਦ ਪਾਥ ਆਫ ਰੈਜ਼ੀਡੈਂਸੀ ਆਲਸੋ। ਜਦ ਤੁਸੀਂ ਆਏ ਸੀਗੇ ਉਸ ਟਾਈਮ ਦਾ ਲਿਵਿੰਗ ਐਕਸਪੈਂਸ ਤੇ ਅੱਜ ਦਾ, ਲੋਕੀ ਕਹਿੰਦੇ ਬੜੀ ਮਹਿੰਗਾਈ ਬੜੀ ਹੋ ਗਈ ਹੈ, ਪੂਰੇ ਵਰਲਡ 'ਚ ਹੋ ਗਈ ਹੈ, ਇਨਫੈਕਟ ਆਮ ਸ਼ੋਰ ਇੱਥੇ ਵੀ ਹੋ ਗਈ ਹੈ, ਬਟ ਕਿੰਨਾ ਕੁ ਫਰਕ ਪੈ ਗਿਆ ਵੈਸੇ, ਹੈ ਨਾ? ਦੇਖੋ ਜੀ, ਜ਼ਮੀਨ ਅਸਮਾਨ ਦਾ ਫਰਕ ਹੈ। ਅੱਛਾ, ਮੈਂ 13-25 ਤੇ ਆਇਆ ਸੀ, ਉਦੋਂ ਪੇ ਰੇਟ 13-25 ਹੁੰਦਾ ਸੀ। 13-25 $13.25 ਰਾਈਟ। ਤੇ ਅੱਜ ਦੀ ਡੇਟ ਦੇ ਵਿੱਚ $22.70 ਹੋ ਚੁੱਕਾ ਵਾ ਮਿਨੀਮਮ ਵੇਜ, ਰਾਈਟ। ਤਾਂ ਤੁਸੀਂ ਇੱਥੋਂ ਅੰਦਾਜ਼ਾ ਲਗਾਓ ਕਿ ਉਸ ਟਾਈਮ ਤੇ ਜੇ ਆਪਣਾ 13-25 ਦੇ ਨਾਲ ਸਰਦਾ ਸੀ, ਅੱਜ 22-70 ਨਾਲ ਸਰਦਾ। ਪਰ ਜੇ ਮੈਂ ਖਰਚਿਆਂ ਦੀ ਗੱਲ ਕਰਾਂ ਔਰ ਸੇਵਿੰਗਸ ਦੀ ਗੱਲ ਕਰਾਂ, ਉਹ ਉਦਾਂ ਹੀ ਹੈ, ਕੁਛ ਵੀ ਨਹੀਂ ਰੁਕਿਆ, ਸੇਵਿੰਗਸ ਹੋ ਨਹੀਂ ਰਹੀਆਂ। ਤੁਸੀਂ ਕਿੰਨੇ ਕਿਰਾਇਆ ਭਰਦੇ ਸੀ ਉਸ ਟਾਈਮ? ਮੈਂ ਉਸ ਟਾਈਮ ਤੇ ਸ਼ੇਅਰਿੰਗ ਦੇ ਵਿੱਚ ਮੇਰੇ ਹਿਸਾਬ ਨਾਲ ਮੈਂ ਭਰਦਾ ਹੁੰਦਾ ਸੀ $130 ਜਾਂ $140 ਅਵੀ। ਅੱਛਾ ਜੀ, ਸਟਾਰਟਿੰਗ ਦੇ ਵਿੱਚ। ਇੱਥੇ ਨਹੀਂ ਹੈ, ਮੈਂ ਆਸਟ੍ਰੇਲੀਆ ਜਾ ਕੇ ਆਇਆ। ਮੈਂ ਰੀਸੈਂਟਲੀ ਸਾਡੀ ਕਾਨਫਰੰਸ ਵੀ ਸੀਗੀ ਐਂਡ ਆਈ ਹੈਡ ਸੀਨ ਐਕਚੁਅਲੀ ਐਕਸਪੈਂਸ ਉੱਥੇ ਵੀ ਜ਼ਿਆਦਾ ਵਾ। ਬਟ ਯੈਸ, ਉੱਥੇ ਕਹਿ ਦਿੰਦੇ ਨੇ ਕਮਾਈ ਜ਼ਿਆਦਾ ਵਾ, ਹੈ ਨਾ। ਬਟ ਡਿਪੈਂਡ ਤੁਸੀਂ ਕਿਹੜੇ ਕਿੱਤੇ ਦੇ ਵਿੱਚੋਂ ਕੀ ਜੌਬ ਕਰ ਰਹੇ ਹੋ ਜਾਂ ਕੀ ਤੁਹਾਡਾ ਬਿਜ਼ਨਸ ਹੈ, ਇਹ ਡਿਪੈਂਡ ਕਰਦਾ। ਬਟ ਇੱਥੇ ਮਹਿੰਗਾਈ ਬਹੁਤ ਜ਼ਿਆਦਾ ਹੋ ਚੁੱਕੀ ਹੈ। ਜਿਹੜੀ ਚੀਜ਼ ਅੱਜ ਤੋਂ ਸਾਲ ਪਹਿਲਾਂ ਦੀ ਗੱਲ ਕਰਾਂ ਮੈਂ $2 ਦੀ ਸੀਗੀ, ਮੈਂ ਟਮਾਟਰ ਹੀ ਦੇਖ ਰਿਹਾ, ਮੈਂ ਟੋਮੈਟੋ ਦਾ ਪ੍ਰਾਈਸ $15 ਹੋ ਚੁੱਕਾ। ਨੋ ਡਾਊਟ। ਹੁਣ ਕੋਈ ਐਕਸਪੈਕਟ ਕਰੂਗਾ ਜਿਹੜਾ ਇੰਡੀਆ ਜਾਂ ਕਿਸੇ ਵੀ ਏਸ਼ੀਅਨ ਕੰਟਰੀ ਤੋਂ ਆ ਰਿਹਾ ਹੋਊਗਾ ਕਿ ਟੋਮੈਟੋ $15 kg? हाँ, इजीली, मतलब कोई ग्रोसरी करने जाता है तो बड़े आराम से एक सिंगल बंदे की ग्रोसरी हफ्ते की मेरे ख्याल $100 की तो वही आ जाती है। ਘੱਟੋ ਘੱਟ ਹੈ ਭਾਜੀ, ਜਿੱਦਾਂ ਮੈਂ ਤੁਹਾਨੂੰ ਦੱਸਿਆ ਵੀ $100 ਮਿਨੀਮਮ ਹੈ, ਬਿਲਕੁਲ, ਅਨਲੈਸ ਕਿ ਤੁਸੀਂ ਕਾਫੀ ਚੀਜ਼ਾਂ ਤੇ ਕੰਪਰੋਮਾਈਜ਼ ਕਰ ਰਹੇ ਹੋ, ਅਦਰਵਾਈਜ਼ $100 ਇਜ਼ ਮਿਨੀਮਮ। ਯਾਰ ਹੁਣ ਬੰਦਾ ਚੁੰਨੀ ਥੋੜਾ ਬੰਨ ਲੇਗਾ ਪੇਟ ਤੇ, ਮਤਲਬ ਹੀ ਨਹੀਂ ਹੈ ਜੀ, ਤਾਂ ਖਾਣੀ ਹੈ। ਹਾਂ, ਉਹਦੇ ਲਈ ਕੰਮ ਕਰਦਾ ਬੰਦਾ। ਹੁਣ ਸਟੂਡੈਂਟ ਹੈ, ਸਟੂਡੈਂਟ ਨੂੰ 20 ਘੰਟਿਆਂ ਤੋਂ ਉੱਪਰ ਕੰਮ ਨਹੀਂ ਮਿਲਣਾ ਜਦੋਂ ਵੀ ਉਹ ਇਸ ਕੰਟਰੀ 'ਚ ਆਊ। 20 into 22.70 ਮੈਂ ਮੇਜਰਲੀ ਲਗਾਵਾਂ ਤਾਂ $450 ਬਣਿਆ ਟੋਟਲ ਗ੍ਰੋਸ, ਤੇ ਮਾਈਨਸ ਉਹਦਾ ਟੈਕਸ ਲਗਾ ਲਓ ਅਰਾਊਂਡ 18%, ਤੇ ਉਹਨੂੰ ਇਨ ਹੈਂਡ ਸੈਲਰੀ ਜਿਹੜੀ ਆਉਣੀ ਹੈ ਉਹ ਆਉਣੀ ਹੈ ਕੋਈ ਅਰਾਊਂਡ 300-ish, if I'm not wrong, 300 something। ਹਾਂ, $350 ਦੇ ਲੱਗੇ। ਹਾਂ, $100 ਤੁਸੀਂ ਆਪਣਾ ਗ੍ਰੋਸਰੀ ਕੱਢ ਦੋ, ਠੀਕ ਹੈ ਜੀ, $150 ਤੋਂ $200 ਤੁਹਾਡਾ ਰੈਂਟ ਨਿਕਲ ਗਿਆ, ਬਚਿਆ ਕੀ? ਬਿਲਕੁਲ ਸਹੀ ਗੱਲ ਹੈ। ਮਤਲਬ ਸੇਵਿੰਗ ਦਾ ਮਤਲਬ ਹੀ ਨਹੀਂ ਹੈ। ਸੇਵਿੰਗ ਭੁੱਲ ਜਾਓ। ਤੇ ਇਹ ਸੋਚ ਕੇ ਬੰਦਾ ਕੋਈ ਨਾ ਆਏ ਕਿ ਭਾਈ 2 ਸਾਲ ਦਾ ਕੋਰਸ ਹੈ, 1 ਸਾਲ ਮੈਂ ਘਰੋਂ ਪੈਸੇ ਲੈਣਾ, ਸੈਕੰਡ ਈਅਰ ਮੈਂ ਆਪ ਭਰ ਲਾਂਗਾ, ਮਤਲਬ ਉਹ ਤੇ ਫਿਰ ਉਹੀ ਗੱਲ ਹੋ ਗਈ, ਤੁਸੀਂ ਆਪਣੇ ਪੇਰੈਂਟਸ ਨੂੰ ਤੰਗ ਕਰੋਗੇ, ਠੀਕ ਹੈ ਨਾ। ਜੇਕਰ ਤੁਸੀਂ ਮੈਨੇਜ ਕਰ ਸਕਦੇ ਹੋ ਇਦਾਂ ਔਰ ਪਹਿਲੇ ਦਿਨ ਤੋਂ ਕੰਮ ਕਰ ਸਕਦੇ ਹੋ, ਆਈ ਵੁੱਡ ਹਾਈਲੀ ਰეკਮੈਂਡ ਕਿ ਸੋਚ ਨਾਲ ਆਇਓ ਵੀ ਪਹਿਲਾਂ ਸੇਵਿੰਗ ਨਹੀਂ ਹੋਣੀ 1 ਸਾਲ ਲਈ, ਠੀਕ ਹੈ ਨਾ। ਸਾਲ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਤੁਸੀਂ ਕੀ ਕਰ ਸਕਦੇ ਹੋ ਜਦੋਂ ਵਰਕ ਵੀਜ਼ੇ ਤੇ ਆ ਜਾਓਗੇ। ਤੁਸੀਂ ਜਿਵੇਂ ਅੱਛਾ ਥੋੜਾ ਜਿਹਾ ਕਰੀਅਰ ਦੇ ਪਾਸੇ ਆਉਂਦੇ ਆ, ਜਿਵੇਂ ਤੁਸੀਂ ਯੂ ਵਰਕ ਵਿਦ ਇੰਸ਼ੋਰੈਂਸ ਇੰਡਸਟਰੀ। ਹਾਂਜੀ, ਇੰਸ਼ੋਰੈਂਸ ਇੰਡਸਟਰੀ ਦਾ ਬੜਾ ਕਲੋਜ਼ ਰਿਲੇਸ਼ਨ ਹੈਗਾ ਹੈਲਥ ਕੇਅਰ ਸਿਸਟਮ ਦੇ ਨਾਲ। ਹਾਂਜੀ। ਤੇ ਇਨਫੈਕਟ ਮੈਂ ਤਾਂ ਕਹਾਂਗਾ ਫਾਈਨੈਂਸ ਨਾਲ ਵੀ ਬੜਾ ਕਲੋਜ਼ ਰਿਲੇਸ਼ਨ ਹੈਗਾ, ਕਿਉਂਕਿ ਅਲਟੀਮੇਟਲੀ ਜਿਵੇਂ ਇੰਡੀਆ ਲੋਕੀ ਕਹਿੰਦੇ ਕਿ ਯਾਰ ਇਹ ਸੇਵਿੰਗ ਹੈ, ਅਲਟੀਮੇਟਲੀ ਇੱਥੇ ਸੇਵਿੰਗ ਨਹੀਂ ਕਹਿੰਦੇ, ਇਟਸ ਪ੍ਰੋਟੈਕਸ਼ਨ ਫॉर ਯੂ। ਤੇ ਜਦੋਂ ਅਸੀਂ ਦੇਖਦੇ ਆ ਕਿ ਯਾਰ ਇੰਸ਼ੋਰੈਂਸ ਸੈਕਟਰ ਦਾ ਦੋਵੇਂ ਪਾਸੇ ਬੜਾ ਕਲੋਜ਼ ਰਿਲੇਸ਼ਨ ਹੈਗਾ, ਤੇ ਜਿਹੜਾ ਇੱਥੇ ਦਾ ਹੈਲਥ ਕੇਅਰ ਸਿਸਟਮ ਹੈਗਾ ਉਹਦੇ ਬਾਰੇ ਬੜੇ ਲੋਕੀ ਅੱਛੀਆਂ ਗੱਲਾਂ ਕਰਦੇ ਨੇ। ਵਾਟ ਡੂ ਯੂ ਹੈਵ ਟੂ ਸੇ ਅਬਾਊਟ ਦੈਟ? ਦੇਖੋ ਜੀ, ਮੈਂ ਡੈਫੀਨੇਟਲੀ ਜੋ ਸੱਚ ਹੈ ਮੈਂ ਉਹੀ ਦੱਸੂਗਾ। ਮੈਂ ਬੀਇੰਗ ਇਨ ਇੰਸ਼ੋਰੈਂਸ ਇੰਡਸਟਰੀ ਮੈਂ ਇਹੀ ਦੇਖਿਆ ਵਾ ਕਿ ਇੱਥੋਂ ਦਾ ਹੈਲਥ ਸਿਸਟਮ ਨੋ ਡਾਊਟ ਹੈ ਵਧੀਆ, ਬਟ ਕਿਹਨਾਂ ਲਈ ਵਧੀਆ ਵਾ?
ਜੇਕਰ ਕੋਈ ਵੀ ਐਮਰਜੈਂਸੀ ਟ੍ਰੀਟਮੈਂਟ ਤੁਸੀਂ ਲੈਣਾ ਵਾ, ਠੀਕ ਹੈ ਜੀ, ਬਟ ਜਿੱਥੇ ਆ ਜਾਂਦੀ ਗੱਲ ਨਾਨ ਐਮਰਜੈਂਸੀ ਜਾਂ ਕ੍ਰੋਨਿਕ ਦੀ, ਉੱਥੇ ਥੋੜੀ ਜਿਹੀ ਪ੍ਰੋਬਲਮ ਆ ਜਾਂਦੀ ਹੈ ਬਿਕੋਜ਼ ਵੇਟਿੰਗ ਪੀਰੀਅਡ ਜਿਹੜੇ ਆ ਉਹ ਵੱਧ ਚੁੱਕੇ ਆ। ਸੋ ਬੇਸਿਕਲੀ ਇੱਥੇ ਵਰਕ ਕਿੱਦਾਂ ਹੁੰਦਾ ਵਾ ਪਬਲਿਕ ਹੈਲਥ ਸਿਸਟਮ, ਅਗਰ ਤੁਹਾਨੂੰ ਕੋਈ ਵੀ ਐਮਰਜੈਂਸੀ ਪ੍ਰੋਬਲਮ ਆ ਗਈ, ਤੁਸੀਂ ਐਮਰਜੈਂਸੀ ਜਾਓ, 24 ਆਵਰ ਐਮਰਜੈਂਸੀ ਕ੍ਰਾਈਸਟਚਰਚ ਹੈ, ਇੱਦਾਂ ਹੀ ਹਰੇਕ ਸਿਟੀ 'ਚ ਹੈ, ਤੁਸੀਂ ਜਾਓ, ਉੱਥੇ ਆਪਣਾ ਟ੍ਰੀਟਮੈਂਟ ਤੁਸੀਂ ਲੈ ਸਕਦੇ ਹੋ। ਅਗਰ ਤੁਸੀਂ 2 ਸਾਲ ਤੋਂ ਪਲੱਸ ਵਰਕ ਵੀਜ਼ੇ 'ਤੇ ਹੋ, ਠੀਕ ਹੈ ਜੀ, ਤਾਂ ਤੁਹਾਨੂੰ ਸਾਰਾ ਕੁਝ ਫ੍ਰੀ ਹੈ। ਅਗਰ ਲੈਸ ਦੈਨ 2 ਈਅਰਸ ਤੁਹਾਡਾ ਵਰਕ ਵੀਜ਼ਾ ਵਾ, ਜਾਂ ਤੁਸੀਂ 3 ਸਾਲ ਮੇਰੇ ਹਿਸਾਬ ਨਾਲ ਮਿਨੀਮਮ ਇੱਦਾਂ ਕੁਛ ਹੈਗਾ ਕਿ ਨਿਊਜ਼ੀਲੈਂਡ ਸਸਪੈਂਡ ਨਹੀਂ ਕੀਤੇ, ਦੈਨ ਯੂ ਹੈਵ ਟੂ ਪੇ, ਦੈਨ ਇਟ ਇਜ਼ ਰੀਲੀ ਵੈਰੀ ਐਕਸਪੈਂਸਿਵ। ਤੇ ਸੈਕਿੰਡ ਥਿੰਗ, ਜਦੋਂ ਗੱਲ ਆ ਜਾਂਦੀ ਹੈ ਵੀ ਹੁਣ ਪ੍ਰੋਬਲਮ ਲੰਬੀ ਜਾਏਗੀ, ਠੀਕ ਹੈ ਜੀ, ਐਗਜ਼ਾਮਪਲ ਗੋਡੇ 'ਚ ਦਰਦ ਹੁੰਦੀ ਹੈ, ਕੰਮ ਕਰ ਸਕਦੇ ਹਾਂ ਆਪਾਂ, ਬਟ ਗੋਡੇ ਦੀ ਜਿਹੜੀ ਦਰਦ ਹੈ ਉਹ ਤੁਹਾਨੂੰ ਰਾਤ ਨੂੰ ਸੌਣ ਨਹੀਂ ਦਿੰਦੀ, ਬਟ ਐਂਡ ਆਫ ਦਾ ਡੇ ਤੁਹਾਨੂੰ ਪ੍ਰੋਬਲਮ ਹੈਗੀ ਹੈ, ਇਹਦੇ ਲਈ ਤੁਹਾਨੂੰ ਐਮਰਜੈਂਸੀ ਟ੍ਰੀਟਮੈਂਟ ਨਹੀਂ ਮਿਲੂਗਾ। ਤੇ ਇਹਦੇ ਲਈ ਫਿਰ ਇੱਥੇ ਕਿਊ ਸਿਸਟਮ ਹੈ, ਠੀਕ ਹੈ ਜੀ। ਕਿਊ ਸਿਸਟਮ ਕਿੱਦਾਂ ਵਰਕਆਊਟ ਆਉਂਦਾ ਕਰਦਾ ਵਾ ਕਿ ਤੁਹਾਡੀ ਇੱਕ ਕਿਊ ਹੈ ਸਿਸਟਮ ਦੇ ਵਿੱਚ, ਹੈਲਥ ਸਿਸਟਮ ਦੇ ਵਿੱਚ, ਸੇਮ ਪ੍ਰੋਬਲਮ ਵਾਲੇ ਬੰਦੇ ਕਿੰਨੇ ਆ, ਤੁਸੀਂ ਲਾਈਨ ਦੇ ਵਿੱਚ ਸਭ ਤੋਂ ਪਿੱਛੇ ਜਾਣਾ, ਔਰ ਉਹਨੂੰ ਹੁਣ 6 ਮਹੀਨੇ ਵੀ ਲੱਗ ਸਕਦੇ ਆ, ਸਾਲ ਵੀ ਲੱਗ ਸਕਦੇ ਆ, ਤੇ 2 ਸਾਲ ਵੀ ਲੱਗ ਸਕਦੇ ਆ ਕਿ ਤੁਹਾਡੀ ਵਾਰੀ ਆਉਣ ਤੱਕ ਤੇ ਤੁਹਾਡਾ ਟ੍ਰੀਟਮੈਂਟ ਹੋਣ ਤੱਕ ਹੈ। ਫ੍ਰੀ ਹੈ ਬਟ ਟਾਈਮ। ਤੁਸੀਂ ਉਹਨਾਂ ਦੀ ਗੱਲ ਕਰ ਰਹੇ ਹੋ ਜਿਹੜੇ ਬੰਦੇ ਇੱਥੇ ਵੀਜ਼ਾ ਤੇ ਆਏ ਨੇ, ਵਰਕ ਜਾਂ ਰੈਜ਼ੀਡੈਂਟ ਨੇ। ਥਿੰਕ ਅਬਾਊਟ ਸਟੂਡੈਂਟਸ, ਵਾਟ ਡੂ ਦੇ ਡੂ? ਉਹਨਾਂ ਨੂੰ ਤਾਂ ਇੰਸ਼ੋਰੈਂਸ ਮਸਟ ਹੈ। ਅੱਛਾ, ਮਤਲਬ ਸਟੂਡੈਂਟ ਸ਼ੁੱਡ ਟੇਕ ਅ ਮੈਡੀਕਲ ਇੰਸ਼ੋਰੈਂਸ ਬਿਫੋਰ ਲੈਂਡਿੰਗ ਇਨ ਦ ਕੰਟਰੀ। I think if I'm not wrong, when you come to this country as an on student visa, then you have to take like one student insurance. That is a little bit different than what we actually offer. But ਉਹਦੇ ਵਿੱਚ ਕਾਫੀ ਕੁਝ ਕਵਰ ਹੋ ਜਾਂਦਾ ਵਾ, ਔਰ ਉਹਦੇ ਵਿੱਚ ਮੇਰੇ ਹਿਸਾਬ ਨਾਲ ਤੁਹਾਡੇ ਆਪਣਾ ਕੰਟੈਂਟਸ ਵੀ ਕਵਰ ਹੋ ਜਾਂਦੇ ਨੇ, ਕਾਫੀ ਚੀਜ਼ਾਂ ਕਵਰ ਹੋ ਜਾਂਦੀਆਂ ਵਾ, ਈਵਨ ਹੈਲਥ ਵੀ ਕਵਰ ਹੋ ਜਾਂਦੀ ਹੈ, ਚੈੱਕਅਪਸ ਵੀ ਕਵਰ ਹੋ ਜਾਂਦੇ ਨੇ। ਸੋ ਉਹ ਐਕਚੁਅਲੀ ਅ ਵੈਰੀ ਗੁੱਡ ਇੰਸ਼ੋਰੈਂਸ ਆਈ ਵੁੱਡ ਸੇ, ਬਟ ਉਹ ਸਿਰਫ ਸਟੂਡੈਂਟ ਟਾਈਮ ਤੱਕ ਹੀ ਹੈ। ਬਟ ਅਗਰ let's say ਤੁਹਾਨੂੰ ਨਹੀਂ ਪਤਾ ਇਹਦੇ ਬਾਰੇ, then please do take advice from your like you know immigration advisor who is assisting you with the application. If you're assisting yourself, then you have to take this insurance. ਇਹ ਮੇਰੇ ਵੱਲੋਂ ਬਹੁਤ ਵੱਡੀ ਐਡਵਾਈਸ ਹੈ ਤੁਹਾਨੂੰ। ਸਮਝ ਗਿਆ ਜੀ। तो मतलब all in all हेल्थ केयर सिस्टम वधिया है, बट यू हैव टू वेट। तो मतलब जो हम बातें सुनते हैं या जो हम देखते हैं बड़ी बड़ी कंट्रीज के बारे में, वो छोटी कंट्रीज में भी सेम प्रॉब्लम्स हैं। ऐसा कुछ नहीं है कि भाई जैसे इंडिया में केमिस्ट के पास गए और 4 दवाइयाँ लेके घर आ गए, शाम तक ठीक हो गए, वो सिस्टम नहीं है यहाँ पे। आपको वेट करना पड़ेगा, भले ही हाँ ऐसा भी नहीं है कि बिल्कुल वेट ही करना पड़ेगा। अगर इमरजेंसी है और अवेलेबिलिटी है डॉक्टर्स की या सर्जन्स की, तो आपको मिल भी जाएगा। लेकिन अगर वेटिंग पीरियड चल रहा है तो भाई वेटिंग पीरियड सबके लिए सेम है। ਉਹ ਸਾਰਿਆਂ ਲਈ ਸੇਮ ਹੈ ਜੀ, ਕਿਉਂਕਿ ਉਹਨਾਂ ਨੇ ਦੇਖੋ ਐਂਡ ਆਫ ਦਾ ਡੇ ਤੁਸੀਂ ਇਹਨਾਂ ਲਈ ਹਿਊਮਨ ਹੋ, ਬਿਲਕੁਲ ਠੀਕ ਹੈ ਨਾ। ਵਨ ਹਿਊਮਨ ਬੀਇੰਗ ਇਜ਼ ਇਕੁਅਲ ਟੂ ਅਨਦਰ ਹਿਊਮਨ ਬੀਇੰਗ, ਠੀਕ ਹੈ ਨਾ ਜੀ। ਉਹਨਾਂ ਨੇ ਇਹ ਦੇਖਣਾ ਕਿ ਅਗਰ ਤੁਹਾਨੂੰ ਇਹ ਪ੍ਰੋਬਲਮ ਹੈ ਔਰ ਸਾਡੇ ਕੋਲ 200 ਬੰਦਾ ਆਲਰੇਡੀ ਕਿਊ 'ਚ ਹੈ ਜਿਨ੍ਹਾਂ ਨੂੰ ਸੇਮ ਪ੍ਰੋਬਲਮ ਹੈ, ਐਂਡ ਦੇ ਰੀਅਲੀ ਵਾਂਟ ਟੂ ਗੈਟ ਟ੍ਰੀਟਡ ਐਜ਼ ਵੈਲ, ਦੈਨ ਡੈਫੀਨੇਟਲੀ ਉਹਨਾਂ ਨੇ ਤੁਹਾਨੂੰ ਕਿਊ 'ਚ ਹੀ ਪਾਉਣਾ ਵਾ। ਐਂਡ ਤੁਹਾਨੂੰ ਵੀ ਪਤਾ ਇੱਥੇ ਹਰ ਜਗ੍ਹਾ ਜਾਓਗੇ ਤਾਂ ਕਿਊ ਲੱਗਦੀ ਹੈ, ਚਾਹੇ ਤੁਸੀਂ ਗਰੋਸਰੀ ਲੈਣ ਜਾਓ, ਚਾਹੇ ਤੁਸੀਂ ਆਪਣਾ ਸੁਪਰ ਮਾਰਕੀਟ ਜਾਓ, ਚਾਹੇ ਤੁਸੀਂ ਕੋਈ ਬਿੱਲ ਪੇ ਕਰਨਾ, ਔਰ ਅਗਰ ਕਿਤੇ ਵੀ ਜਾ ਰਹੇ ਹੋ ਕਿਊ ਹੈ। ਸੋ ਕਿਊ ਸਿਸਟਮ ਇਜ਼ ਰੀਅਲੀ ਵੈਰੀ ਇੰਪੋਰਟੈਂਟ, ਹੋਣਾ ਵੀ ਚਾਹੀਦਾ। ਬਟ ਯੈਸ, ਅਗਰ ਤੁਸੀਂ ਕਹਿੰਦੇ ਹੋ ਕਿ ਅਸੀਂ 100% ਡਿਪੈਂਡੈਂਟ ਹੋ ਜਾਵਾਂਗੇ, ਦੈਟ ਇਜ਼ ਰੋਂਗ। ਅੱਛਾ, ਜਿਵੇਂ ਅਸੀਂ ਇੰਡੀਆ ਫੋਨ ਕਰਾ ਦਿੰਦੇ ਆ ਕਿ ਯਾਰ ਥੋੜਾ ਕਰਾ ਦੇ ਯਾਰ ਭਾਈ, ਥੋੜਾ ਹੈ ਨਹੀਂ, ਇੱਥੇ ਇਹ ਸਿਸਟਮ ਵਰਕਆਊਟ ਨਹੀਂ ਹੁੰਦਾ ਜੀ। ਇੱਥੇ ਕੋਈ ਸਿਫਾਰਿਸ਼ ਨਹੀਂ, ਨਥਿੰਗ ਐਲਸ। ਜੇਕਰ ਤੁਸੀਂ 10ਵੇਂ ਨੰਬਰ 'ਤੇ ਆਏ ਹੋ ਤਾਂ ਤੁਹਾਡਾ 9ਵਾਂ ਨਹੀਂ ਹੋ ਸਕਦਾ, ਤੁਹਾਨੂੰ 10ਵਾਂ ਹੀ ਰਹੂਗਾ, ਔਰ ਤੁਹਾਨੂੰ ਉੱਥੇ ਖੜਨਾ ਹੀ ਪਏਗਾ। ਅਗਰ ਕਿਊ 'ਚ ਖੜਨਾ ਤਾਂ ਖੜਨਾ ਪਊਗਾ, ਬਹਿਣਾ ਤਾਂ ਬਹਿਣਾ ਪਊਗਾ। ਯੂ ਕਾਂਟ ਜਸਟ ਓਵਰਲੈਪ ਸਮਵਨ। ਸੋ ਪਲੀਜ਼ ਇਹ ਸਾਰੀਆਂ ਜਿੰਨੀਆਂ ਵੀ ਆਪਾਂ ਕਹਿ ਸਕਦੇ ਹਾਂ ਕਿ ਆਪਣਾ ਸ਼ੋਅ ਆਫ, ਇਹ ਉੱਥੇ ਛੱਡ ਕੇ ਆਓ, ਇੱਥੇ ਵਰਕਆਊਟ ਨਹੀਂ ਹੁੰਦੇ। ਜਿਵੇਂ ਗੋਰੇ ਕਹਿੰਦੇ ਕਿ ਭਈ ਯੂ ਹੈਵ ਟੂ ਡਿਸਾਈਡ ਵੈਦਰ ਯੂ ਵਾਂਟ ਟੂ ਬੀ ਅ ਸਮਾਲ ਫਿਸ਼ ਇਨ ਅ ਬਿਗ ਪੌਂਡ ਔਰ ਅ ਬਿਗ ਫਿਸ਼ ਇਨ ਅ ਸਮਾਲ ਪੌਂਡ। ਦੈਟਸ ਇਟ। ਮੈਂ ਇਹੀ ਸੋਚਿਆ ਕਿ ਬਿਗ ਫਿਸ਼ ਇਨ ਅ ਸਮਾਲ ਪੌਂਡ ਵੁੱਡ ਬੀ ਰੀਅਲੀ ਰੀਅਲੀ ਗੁੱਡ। ਸੋ ਉਸ ਟਾਈਮ ਤੇ ਮੈਂ ਸੋਚਿਆ ਸੀ, ਬਟ ਮੈਨੂੰ ਨਹੀਂ ਪਤਾ ਸੀ ਮੈਂ ਸਾਲ ਸਟੱਡੀ ਕਰਨ ਤੋਂ ਬਾਅਦ ਇੰਸ਼ੋਰੈਂਸ ਇੰਡਸਟਰੀ 'ਚ ਆ ਜਾਊਂਗਾ। ਤਾਂ ਮੈਂ ਉਸ ਤੋਂ ਬਾਅਦ ਮੂਵ ਹੋਇਆ ਮੈਂ ਵੈਲਿੰਗਟਨ, ਸਾਲ ਮੈਂ ਉੱਥੇ ਰਿਹਾ ਮੈਂ। ਅੱਛਾ, ਤੁਸੀਂ ਮਤਲਬ ਪੂਰਾ ਨਿਊਜ਼ੀਲੈਂਡ ਘੁੰਮ ਕੇ ਆਏ ਹੋ? ਨਾਈਸ। ਸੇਲਸ ਵਾਲੀ ਜੌਬ ਦਾ ਸਭ ਤੋਂ ਬੈਸਟ, ਔਰ ਮੈਂ ਕਹਿੰਦਾ ਮੈਂ ਸਭ ਤੋਂ ਜ਼ਿਆਦਾ ਫਾਇਦਾ ਇਹੀ ਹੁੰਦਾ ਹੈ ਕਿ ਤੁਸੀਂ ਘੁੰਮ ਲੈਂਦੇ ਹੋ। ਤੁਹਾਡੀ ਪਹਿਲੀ ਫੁੱਲ ਟਾਈਮ ਜੌਬ ਕਿਹੜੀ ਸੀ? ਮੇਰੀ ਪਹਿਲੀ ਫੁੱਲ ਟਾਈਮ ਜੌਬ ਸੀ, ਮੈਂ ਜਦੋਂ ਸਟੂਡੈਂਟ ਸੀ ਮੈਂ ਫੈਕਟਰੀ 'ਚ ਕੰਮ ਕੀਤਾ। ਅੱਛਾ ਜੀ। ਦਿਸ ਇਜ਼ ਵਾਟ ਆਈ ਵਾਂਟਡ ਟੂ ਟੈਲ ਯੂ ਕਿ ਉਹ ਸੀਗੀ ਉੱਥੇ ਗੁੱਡਮੈਨ ਫੀਲਡਰ ਆਕਲੈਂਡ ਦੇ ਵਿੱਚ, ਤੇ ਉੱਥੇ ਬਣਦੀਆਂ ਸੀ ਜਿਵੇਂ ਬ੍ਰੈਡਾਂ
ਉਹ ਬੇਕਰੀ ਸੀਗੀ? ਬੇਕਰੀ ਲਾਈਕ ਬੇਕਰੀ ਨਹੀਂ ਕਹਿ ਸਕਦਾ ਮੈਂ, ਬਹੁਤ ਵੱਡਾ ਮੈਨੂਫੈਕਚਰਿੰਗ ਪਲਾਂਟ ਸੀ। ਅੱਛਾ ਜੀ। ਉੱਥੇ ਇੱਕ ਟਾਈਮ ਤੇ ਅਰਾਊਂਡ 150-200 ਬੰਦਾ ਕੰਮ ਕਰਦਾ ਸੀ। ਓ ਨਾਈਸ। ਠੀਕ ਹੈ ਜੀ। ਤੇ ਜਦੋਂ ਮੈਂ ਉੱਥੇ ਕੰਮ ਸਟਾਰਟ ਕੀਤਾ ਸੀਗਾ ਨਾ, ਮੈਂ ਉਸ ਟਾਈਮ ਤੇ ਪੂਰੀ ਰਾਤ ਮੈਨੂੰ ਨਾਈਟ ਸ਼ਿਫਟ ਹੀ ਮਿਲਦੀ ਸੀ। ਇਹ ਵੀ ਦੇਖ ਲਓ ਤੁਸੀਂ, ਪੂਰੀ ਜ਼ਿੰਦਗੀ 'ਚ ਮੈਂ ਸੁੱਤਾ ਹੀ ਆ ਰਾਤ ਨੂੰ। ਇੱਥੇ ਆ ਕੇ ਪਹਿਲੇ ਸਾਲ 'ਚ ਹੀ ਮੈਨੂੰ ਨਾਈਟ ਸ਼ਿਫਟਾਂ ਕਰਨੀਆਂ ਪਈਆਂ, ਔਰ ਸਿਰਫ ਮੈਨੂਅਲ ਵਰਕ। ਅੱਛਾ ਜੀ। ਤੁਸੀਂ ਰੁਕ ਨਹੀਂ ਸਕਦੇ, ਜਿੱਥੇ ਤੁਸੀਂ ਰੁਕੇ ਨਹੀਂ, ਸੁਪਰਵਾਈਜ਼ਰ ਨੇ ਦੇਖਿਆ ਨਹੀਂ, ਚੱਲ ਬਾਹਰ। ਤਾਂ ਉੱਥੇ ਤੁਹਾਨੂੰ ਲਗਾਤਾਰ ਕੰਮ ਕਰਨਾ ਪੈਂਦਾ। ਠੀਕ ਹੈ ਜੀ। ਮੈਂ ਉੱਥੇ 12-12 ਘੰਟਿਆਂ ਦੀ ਸ਼ਿਫਟਾਂ ਲਾਉਂਦਾ ਰਿਹਾ, ਤੇ ਮੈਨੂੰ ਪਤਾ ਕਿ ਉਸ ਟਾਈਮ ਤੇ ਮੈਨੂੰ ਰੱਬ ਵੀ ਚੇਤੇ ਆਉਂਦਾ ਸੀ ਤੇ ਘਰ ਦੇ ਵੀ ਚੇਤੇ ਆਉਂਦੇ ਸੀ। ਤੇ ਮੈਨੂੰ ਉਹ ਜਦੋਂ ਆਉਣ ਵੇਲੇ ਉਹਨਾਂ ਨੇ ਕਿਹਾ ਸੀ ਨਾ, ਸ਼ੇਰਾ ਹਜੇ ਵੀ ਸੋਚ ਲੈ, ਜਹਾਜ਼ ਚੜਿਆ ਨਹੀਂ, ਹਜੇ ਵੀ ਸੋਚ ਲੈ, ਮੈਨੂੰ ਉਹ ਟਾਈਮ ਯਾਦ ਆਉਂਦਾ ਸੀਗਾ ਕਿ ਮੈਂ ਸ਼ਾਇਦ ਸੋਚ ਹੀ ਲੈਂਦਾ, ਕਿਉਂਕਿ ਇਟ ਵਾਜ਼ ਰੀਅਲੀ ਹਾਰਡ। ਉਹ ਮੇਰੀ ਫਰਸਟ ਜੌਬ ਸੀਗੀ ਜੀ। ਉਸ ਤੋਂ ਬਾਅਦ ਲੱਕੀਲੀ ਮੈਂ ਸੇਲਸ ਇੰਡਸਟਰੀ 'ਚ ਆ ਗਿਆ। ਇੱਥੇ ਮਰਕਰੀ ਐਨਰਜੀ ਕਰਕੇ ਇੱਕ ਕੰਪਨੀ ਹੈ, ਥਰਡ ਪਾਰਟੀ ਦੇ ਥਰੂ ਅਸੀਂ ਕੰਮ ਕਰਦੇ ਸੀਗੇ, ਤੇ ਮੈਂ ਉਹਦੇ ਥਰੂ ਕੰਮ ਕੀਤਾ ਸਾਲ। ਉਸ ਤੋਂ ਬਾਅਦ ਮੈਨੂੰ ਸਿੱਧਾ ਹੀ ਓਪਰਚੁਨਿਟੀ ਮਿਲ ਗਈ ਸੀ ਮੇਰੀ ਫੀਲਡ ਦੇ ਵਿੱਚ। ਨਾਈਸ। ਸੋ ਤੁਸੀਂ ਮਤਲਬ ਪਹਿਲੇ ਆਕਲੈਂਡ ਸੀਗੇ, ਉੱਥੇ ਤੁਸੀਂ ਬੇਕਰੀ 'ਚ ਕੰਮ ਕੀਤਾ, ਫਿਰ ਉਹਦੇ ਬਾਅਦ ਵੈਲਿੰਗਟਨ ਆ ਗਏ, ਉੱਥੇ ਤੁਸੀਂ ਕੰਮ ਕੀਤਾ ਇਨ ਦ ਮਰਕਰੀ ਕੰਪਨੀ। ਹਾਂਜੀ, ਮਰਕਰੀ ਐਨਰਜੀ ਲਈ ਕੰਮ ਕੀਤਾ। ਐਂਡ ਦੈਨ ਯੂ ਮੂਵ ਟੂ ਕ੍ਰਾਈਸਟਚਰਚ ਬਿਕਾਜ਼ ਯੂ ਗਾਟ ਐਨ ਓਪਰਚੁਨਿਟੀ ਇਨ ਇੰਸ਼ੋਰੈਂਸ। ਸੋ ਜੋ ਕਰਨਾ ਸੀ ਉਹ ਫਾਈਨਲੀ ਮਿਲ ਹੀ ਗਿਆ। ਫਿਰ ਮੈਂ ਕ੍ਰਾਈਸਟਚਰਚ ਮੂਵ ਹੋਇਆ। ਹਾਂ, ਤੇ ਤੁਸੀਂ ਜਦੋਂ ਮੂਵ ਹੋਏ ਤਾਂ ਆਮ ਸ਼ੋਰ, ਕਿਉਂਕਿ ਇਹ ਆਕਲੈਂਡ ਵਰਗਾ ਏਡਾ ਵੱਡਾ ਸ਼ਹਿਰ ਤਾਂ ਹੈ ਨਹੀਂ, ਨਾ ਹੀ ਇੱਥੇ ਬਹੁਤ ਜ਼ਿਆਦਾ ਇੰਡੀਅਨ ਪੋਪੂਲੇਸ਼ਨ ਹਾਂ ਹੈ, ਲੇਕਿਨ ਜਿੰਨੀ ਆਕਲੈਂਡ ਹੈ ਉਨੀ ਤਾਂ ਨਹੀਂ ਹੈ। ਮੈਂ 2017 ਚ ਆਇਆ ਸੀ ਇੱਥੇ, ਉਸ ਟਾਈਮ ਇੰਡੀਅਨ ਪੋਪੂਲੇਸ਼ਨ ਬਹੁਤ ਘੱਟ ਸੀਗੀ ਹੈ ਨਾ। ਬਹੁਤ। ਮੈਂ ਪੱਗ ਵਾਲਾ ਮੁੰਡਾ ਤਾਂ ਬਹੁਤ ਰੇਅਰ ਹੀ ਦੇਖਦਾ ਹੁੰਦਾ ਸੀ। ਤੁਸੀਂ ਇਹ ਦੇਖ ਲਓ। ਅਦਰਵਾਈਜ਼ ਅੱਜ ਦੀ ਡੇਟ 'ਚ ਜੇ ਗੱਲ ਕਰੀਏ, ਲਾਈਕ ਆਈ ਪ੍ਰਾਊਡਲੀ ਸੇ ਕਿ ਆਪਣੀ ਕਮਿਊਨਿਟੀ ਨੇ ਬਹੁਤ ਤਰੱਕੀ ਕੀਤੀ ਔਰ ਕਰ ਵੀ ਰਹੇ ਨੇ, ਐਂਡ ਇੱਥੇ ਆ ਵੀ ਗਏ ਨੇ। ਐਂਡ ਔਨ ਟॉप ऑफ दैट ਇਹ ਮੇਰੇ ਲਈ ਵੀ बेनिफिशियल है कि मेरी ज़्यादा कम्युनिटी अच्छी होगी, मैनू ज़्यादा बेनिफिट है। सो अल्टीमेटली जैसा आपने सोचा कि यार मैं इतने बड़े शहर में रह के इतना ज़्यादा किराया दे के इतना ज़्यादा सब कुछ करके इतना अच्छी तरीके से ग्रो नहीं कर पाऊंगा, लेट्स ट्राई एंड एक्सप्लोर मोर ऑफ न्यूजीलैंड सिटीज़। तो आई थिंक वैसे ही बाकी और लोगों ने भी सोचा होगा और 100% सबने मूव करने का प्लान किया, और अल्टीमेटली क्राइस्टचर्च आई थिंक is on number 2 in New Zealand for population, am I right? हाँ जी। In fact Wellington में भी population काफी अच्छी है, तो Wellington, क्राइस्टचर्च, ऑकलैंड। हाँ जी, आई थिंक ਵੈਲਿੰਗਟਨ ਦੇ ਵਿੱਚ ਜਿਹੜੀ ਪੋਪੂਲੇਸ਼ਨ ਹੈ ਉਹ ਨੰਬਰ 2 ਹੈ, ਥਰਡ ਤੇ ਆਪਾਂ ਕ੍ਰਾਈਸਟਚਰਚ ਹੈ। ਔਰ ਇਨ ਟਰਮਸ ਆਫ ਅਗਰ ਆਪਾਂ ਡਾਇਵਰਸਿਟੀ ਦੇਖੀਏ, ਡਾਇਵਰਸਿਟੀ ਦੇ ਵਿੱਚ ਆਕਲੈਂਡ 'ਚ ਜਿਹੜੀ ਪੋਪੂਲੇਸ਼ਨ ਹੈ ਉਹ ਲਾਈਕ ਡੈਫੀਨਿਟਲੀ ਏਸ਼ੀਅਨ ਜ਼ਿਆਦਾ ਹੈ, ਔਰ ਵੈਲਿੰਗਟਨ 'ਚ ਨੰਬਰ 2 ਤੇ ਹੋਏਗੀ, ਔਰ ਸਟਿਲ ਆਪਾਂ ਨੰਬਰ 3 ਤੇ ਹੀ ਹੈ ਤੇ ਕ੍ਰਾਈਸਟਚਰਚ ਦੇ ਵਿੱਚ। ਔਰ ਦੂਸਰੀ ਚੀਜ਼ ਮੈਂ ਤੁਹਾਨੂੰ ਦੱਸਣੀ ਭੁੱਲ ਗਿਆ, ਮੇਰਾ ਕ੍ਰਾਈਸਟਚਰਚ ਮੂਵ ਹੋਣ ਦਾ ਜਾਂ ਆਕਲੈਂਡ ਤੋਂ ਆਊਟ ਹੋਣ ਦਾ ਰੀਜ਼ਨ ਕੀ ਸੀ, ਕਿਉਂਕਿ ਉਸ ਟਾਈਮ ਤੇ ਅਗਰ ਤੁਹਾਨੂੰ ਯਾਦ ਹੋਵੇ ਤਾਂ 20 ਜਾਂ 30% PR ਲਈ ਐਕਸਟਰਾ ਮਿਲਦੇ ਸੀਗੇ। ਓ ਯੈਸ, ਐਬਸੋਲੂਟਲੀ। ਔਰ ਉਹ ਅੱਜ ਵੀ ਹੈ। ਅੱਛਾ, ਉਹ ਅੱਜ ਵੀ ਹੈ? ਹਾਂ, ਆਈ ਥਿੰਕ ਸੋ, ਉਹ ਅੱਜ ਵੀ ਹੈ। ਮੈਨੂੰ ਸ਼ੋਰ ਨਹੀਂ, ਅਗੇਨ ਇਮੀਗ੍ਰੇਸ਼ਨ ਐਡਵਾਈਜ਼ਰ ਤੁਹਾਨੂੰ ਜ਼ਿਆਦਾ ਇਹਦੇ ਤੇ ਚਰਚਾ ਕਰ ਸਕਦੇ। ਕੁਝ ਨਵਾਂ ਰੂਲ ਆ ਗਿਆ ਕਿ ਯਾਰ 6 ਪੁਆਇੰਟ ਕਰਨੇ ਨੇ, ਤਾਂ ਆਈ ਥਿੰਕ दैट क्राइटेरिया हैज मूव्ड फ्रॉम देयर। नाउ इट इज बेसिकली, आई मीन आई एम नॉट टू श्योर आल्सो गाइस, एक बार चेक कर लेना अपने हिसाब से, बट ऑनलाइन वेबसाइट पे सब कुछ दिया होता है और हम कोई एडवाइजर तो है नहीं, हम तो आपको रियल लाइफ एक्सपीरियंसेस बता रहे हैं कि एक्चुअल जब आप जो आप सोच के आते हो वो सोचना सही होता है या आपको अपनी सोच ही सही करनी होती है आने से पहले। तो इस बारे में हम बात कर रहे थे। आखिरी सवाल आपसे मेरा सर, आपकी जो करियर ग्रोथ रही है, मतलब बिकॉज आपने बोला कि आप 15 में आए थे, आई एम श्योर कोरोना और कोविड 2 साल रहा है, यहाँ पे भी रहा है, पूरी दुनिया में रहा है ऑफ कोर्स, तो काफ़ी ज़्यादा तो हर बंदा काम नहीं कर पाया होगा उन 2 सालों में, है ना? तो उस हिसाब से देखा जाए तो जितना समय आपने इस कंट्री में दिया, कंट्री ने भी आपको वापस काफ़ी अच्छी तरीके से रेसिप्रोकेट किया। तो ऐसी प्रोफेशनल लाइफ को अचीव करने के लिए एक हाई लेवल पोजीशन पे आप आप बैठे हैं, आप काम कर रहे हैं लोगों के लिए, आप मैं कहूँगा कि इट इज़ in a way helping people as well, because you're trying to give them a guidance on their finances, on their protections, on their lifestyle for that matter. आप ऐसी क्या एडवाइस है जो आप देना चाहेंगे उन लोगों को जो करियर देखते हैं अपना न्यूजीलैंड में या चाहते हैं कि मुझे यहाँ पर सेटल होना है? क्या उन्हें सोचना चाहिए अपनी एजुकेशन को लेकर और दूसरा अपने करियर को लेकर बिफोर कमिंग टू न्यूजीलैंड? ਜਿੱਦਾਂ ਕਿ ਮੈਂ ਪਹਿਲਾਂ ਦੱਸਿਆ ਤੁਹਾਨੂੰ, ਲਾਈਕ ਇਟ ਇਜ਼ ਰੀਅਲੀ ਵੈਰੀ ਇੰਪੋਰਟੈਂਟ ਟੂ ਗੈਟ ਟੂ ਨੋ ਯੋਰਸੈਲਫ ਫਰਸਟ, ਕਿ ਤੁਸੀਂ ਐਕਚੁਅਲ ਚ ਲਾਈਫ 'ਚ ਕਰਨਾ ਕੀ ਚਾਹੁੰਦੇ ਹੋ। ਕਨਫਿਊਜ਼ ਹੋ ਕੇ ਨਾ ਗੋਲ ਹੋਣਾ ਚਾਹੀਦਾ ਤੁਹਾਡਾ ਇੱਕ, ਠੀਕ ਹੈ ਨਾ,
ਕਿ ਅਗਰ ਮੈਂ ਇੰਜੀਨੀਅਰ ਹਾਂ ਤਾਂ ਮੈਂ ਇੱਥੇ ਮਕੈਨੀਕਲ ਇੰਜੀਨੀਅਰ ਹੀ ਬਣਨਾ ਹੈ, ਮੈਂ ਅਗਰ ਡਾਕਟਰ ਹਾਂ ਤਾਂ ਮੈਂ ਡਾਕਟਰ ਹੀ ਬਣਨਾ ਹੈ, ਮੈਂ ਇੰਸ਼ੋਰੈਂਸ 'ਚ ਹਾਂ ਤਾਂ ਮੈਂ ਇੰਸ਼ੋਰੈਂਸ ਦਾ ਕੰਮ ਹੀ ਕਰਨਾ ਹੈ, ਅਗਰ ਮੈਂ ਮੋਗੇ 'ਚ ਹਾਂ ਤਾਂ ਮੈਂ ਮੋਗੇ ਦਾ ਕੰਮ ਹੀ ਕਰਨਾ ਹੈ। ਸੋ ਤੁਹਾਡੇ ਕੋਲ ਇੱਕ ਗੋਲ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਉਹਦੇ ਰਿਲੇਟਡ ਹੀ ਜਿਹੜਾ ਵੀ ਕੋਰਸ ਤੁਸੀਂ ਲੈਣਾ ਹੋਊਗਾ ਉਹ ਲਿਓ। ਉਹਦੇ ਨਾਲ ਕੀ ਹੋਏਗਾ ਕਿ ਤੁਸੀਂ ਉਹ ਆਪਣੀ ਜਿਹੜੀ ਐਜੂਕੇਸ਼ਨ ਜਾਂ ਨੌਲੇਜ ਹੈ ਇਨਹਾਂਸ ਕਰੋਗੇ। ਇਨਹਾਂਸ ਕਰਨ ਤੋਂ ਬਾਅਦ ਕਈ ਲੋਕ ਕਹਿ ਦਿੰਦੇ ਨੇ ਭਾਈ ਮੇਰੇ ਕੋਲ ਉੱਥੋਂ ਦਾ ਇੰਨਾ ਐਕਸਪੀਰੀਅੰਸ ਹੈ। ਇੱਥੇ ਐਜੂਕੇਸ਼ਨ ਵੀ ਇੰਪੋਰਟੈਂਟ ਹੈ। ਬਿਲਕੁਲ ਸਹੀ। ਇੱਥੇ ਅਗਰ ਤੁਹਾਡੇ ਕੋਲ ਸਰਟੀਫਿਕੇਟ ਨਹੀਂ ਹੈਗਾ ਤਾਂ ਤੁਸੀਂ ਜ਼ੀਰੋ ਹੋ, ਤਾਂ ਤੁਹਾਡਾ ਇੱਥੇ ਸਾਰਾ ਕੁਝ ਮੰਨਣਾ, ਮਤਲਬ ਜੋ ਵੀ ਲੈਣਾ ਮੈਂ ਵੀ ਜਿਵੇਂ ਸਟੱਡੀ ਹੋ ਗਈ ਜਾਂ ਜਿਵੇਂ ਤੁਸੀਂ ਕਹਿ ਰਹੇ ਹੋ, ਜਿਵੇਂ ਤੁਸੀਂ ਮੈਨੂੰ ਪੁੱਛਿਆ ਵੀ ਐਜੂਕੇਸ਼ਨ ਜਾਂ ਕਰੀਅਰ, ਐਜੂਕੇਸ਼ਨ ਕਰੀਅਰ ਦੇ ਨਾਲ ਬਹੁਤ ਜ਼ਿਆਦਾ ਰਿਲੇਟਡ ਹੈ। ਅਗਰ ਤੁਸੀਂ ਸਹੀ ਕੋਰਸ ਨਹੀਂ ਕੀਤਾ ਤੁਹਾਨੂੰ ਸਹੀ ਜੌਬ ਨਹੀਂ ਮਿਲੂਗੀ। ਸਹੀ ਜੌਬ ਨਹੀਂ ਮਿਲੂਗੀ, ਜਿਹੜਾ ਕੰਮ ਸਾਲ 'ਚ ਹੋਣਾ ਉਹ 10 ਸਾਲਾਂ 'ਚ ਹੋਊਗਾ। ਤੁਸੀਂ ਆਪ ਹੀ ਐਕਸਟੈਂਡ ਕਰਤਾ ਆਪਣਾ ਆਪਣੇ ਆਪ ਨੂੰ ਹੀ ਤੁਸੀਂ ਇੱਕ ਪ੍ਰੋਬਲਮ 'ਚ ਪਾਤਾ ਸਿਰਫ ਇੱਕ ਗਲਤ ਕੋਰਸ ਚੂਜ਼ ਕਰਕੇ। ਡਿਸੀਜਨ ਗਲਤ ਹੋ ਗਿਆ। ਡਿਸੀਜਨ ਗਲਤ ਹੋ ਗਿਆ। ਪਹਿਲੇ ਦਿਨ ਤੋਂ ਡਿਸੀਜਨ ਸਹੀ ਲਓ, ਕਿਉਂਕਿ ਹਰ ਇੱਕ ਮਿੰਟ ਕਹਿੰਦੇ ਨਾ ਐਵਰੀ ਸਿੰਗਲ ਡ੍ਰੌਪ ਆਫ ਵਾਟਰ ਕਾਊਂਟਸ ਇਨ ਅ ਰਿਵਰ, ਰਾਈਟ। ਤੇ ਇਹ ਚੀਜ਼ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿ ਤੁਸੀਂ ਅਗਰ ਆਪਣਾ ਪਹਿਲਾ ਡਿਸੀਜਨ ਸਹੀ ਲਓਗੇ ਤਾਂ ਤੁਹਾਡੇ ਸਾਰੇ ਡਿਸੀਜਨ ਵਧੀਆ ਜਾਣਗੇ ਔਰ ਤੁਹਾਡਾ ਟਾਈਮ ਨਹੀਂ ਵੇਸਟ ਹੋਏਗਾ। ਅਲਟੀਮੇਟਲੀ ਤੁਸੀਂ ਰੈਜ਼ੀਡੈਂਸੀ ਲੈਣੀ ਹੈ ਇੱਥੇ, ਉਸ ਤੋਂ ਬਾਅਦ ਘਰ ਲੈਣਾ, ਠੀਕ ਹੈ, ਜਾਂ ਕਈਆਂ ਨੇ ਪਹਿਲਾਂ ਮੈਰਿਜ ਕਰਨੀ ਹੈ, ਰੈਜ਼ੀਡੈਂਸ ਲੈਣੀ ਹੈ, ਘਰ ਲੈਣਾ, ਹਰੇਕ ਦੇ ਡਿਫਰੈਂਟ ਗੋਲ ਹੈ। ਬਟ ਸਟਿਲ ਉੱਥੋਂ ਤੱਕ ਪਹੁੰਚਣ ਲਈ ਤੁਹਾਡੀ ਸਹੀ ਸਟੱਡੀ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਸਹੀ ਸਟੱਡੀ ਦੇ ਨਾਲ ਨਾਲ ਤੁਸੀਂ ਫੋਕਸਡ ਹੋਣੇ ਬਹੁਤ ਜ਼ਰੂਰੀ ਹੋ ਕਿ ਮੈਂ ਇਸੇ ਫੀਲਡ 'ਚ ਹੀ ਜੌਬ ਕਰਨੀ ਹੈ, ਤਾਂ ਹੀ ਅੱਗੇ ਵਧੋਗੇ, ਅਦਰਵਾਈਜ਼ ਬਹੁਤ ਟਫ ਹੈ। ਕੋਈ ਜਿਹੜੇ ਬੰਦਿਆਂ ਨੇ ਇੰਸ਼ੋਰੈਂਸ ਕੰਪਨੀ 'ਚ ਕੰਮ ਕਰ ਰਹੇ ਨੇ ਇੰਡੀਆ, ਜਿਹੜੇ ਲੋਕ ਜਿਵੇਂ ਤੁਸੀਂ ਕਰ ਰਹੇ ਸੀਗੇ, ਤੁਸੀਂ 4-5 ਸਾਲ ਕੰਮ ਕੀਤਾ, ਆਈ ਐਮ ਸ਼ੋਰ ਇੰਨੀ ਵੱਡੀ ਕੰਪਨੀ ਇੰਡੀਆ ਵੀ ਹੈਗੀ ਹੈ, ਭਲੇ ਉਹ ਕੋਈ ਵੀ ਨਾਟ ਨੇਮ ਦ ਕੰਪਨੀ ਬਟ ਐਨੀ ਕੰਪਨੀ, ਉਹਨਾਂ ਲੋਕਾਂ ਦਾ ਵੀ ਕੋਈ ਸਕੋਪ ਤੁਹਾਨੂੰ ਲੱਗਦਾ ਹੈ ਕਿ ਇਫ ਦੇ ਆਰ ਲੁਕਿੰਗ ਟੂ ਐਕਚੁਅਲੀ brighten their chances to come to a country like this and make a future here? I would say career shift. Yeah, how would you recommend then first of all कि यार आप आएँ, या कोई ऐसा करियर पाथवे जो आप देना सकते हो कि यार अगर आप इंश्योरेंस में काम कर रहे हो तो इस तरीके से आप इस कंट्री में आ सकते हो और इस तरीके से आप ग्रो कर सकते हो? हाँ जी, सो आई वुड हाईली recommend only to those जिन्हां दी उत्थे कमिटमेंट्स नहीं है, ठीक है जी, और जिन्हां ਦੀਆਂ ਕਮਿਟਮੈਂਟਸ ਹੈ ਵੀ ਹੈ ਬਟ ਦੇ ਕੈਨ ਸਟਿਲ ਟੇਕ ਅ ਚਾਂਸ। ਮੈਚਿਓਰ ਬੰਦਿਆਂ ਦੀ ਗੱਲ ਕਰੂੰਗਾ ਮੈਂ ਇੱਥੇ, ਔਰ ਜਿਨ੍ਹਾਂ ਕੋਲ ਐਕਸਪੀਰੀਅੰਸ ਹੈ ਇੰਸ਼ੋਰੈਂਸ ਇੰਡਸਟਰੀ ਦਾ, ਮੈਂ ਕਹੂੰਗਾ ਕਿ ਤੁਸੀਂ ਇੱਥੇ ਬਹੁਤ ਵਧੀਆ ਗਰੋਥ ਲੈ ਸਕਦੇ ਹੋ। ਓਨੈਸਟਲੀ ਉਹਦਾ ਰੀਜ਼ਨ ਕੀ ਹੈ, ਜੋ ਅਸੀਂ ਉੱਥੇ ਕਰਦੇ ਹਾਂ ਵਰਸਿਸ ਇੱਥੇ ਕਰਦੇ ਹਾਂ, ਡੈਫੀਨੇਟਲੀ ਕੁਛ ਵੀ ਈਜ਼ੀ ਨਹੀਂ ਹੈ, ਨਥਿੰਗ ਕਮਸ ਇਨਟੂ ਯੋਰ ਪਲੇਟ ਵਿਦਆਊਟ ਲਾਈਕ ਯੂ ਵਿਲ ਗੋਨਾ ਬੀ ਯੂਜ਼ਿੰਗ ਯੋਰ ਹੈਂਡ, ਰਾਈਟ। ਤੇ ਇੱਥੇ ਇਹ ਚੀਜ਼ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਅਗਰ ਤੁਹਾਡੇ ਕੋਲ ਆਲਰੇਡੀ ਇੰਡੀਆ ਦੇ ਵਿੱਚ ਐਕਸਪੀਰੀਅੰਸ ਹੈ, ਉੱਥੇ ਬੜੇ ਤਰ੍ਹਾਂ ਦੇ ਲੋਕ ਮਿਲਦੇ ਆਪਾਂ ਨੂੰ, ਆਪਾਂ ਉੱਥੋਂ ਐਕਸਪੀਰੀਅੰਸ ਅਗਰ ਗੇਨ ਕਰ ਲਿਆ, ਇੱਥੇ ਤੁਹਾਡਾ ਹੈਲਪਫੁਲ ਇਸ ਲਈ ਹੈ ਕਿਉਂਕਿ ਇੱਥੇ ਜੋ ਵੀ ਹੋਣਾ ਸੱਚ ਦੇ ਬੇਸ ਤੇ ਹੋਣਾ, ਦਿਖਾ ਕੇ ਹੋਣਾ। ਔਰ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਹਜੇ ਵੀ ਨੀਡ ਰੀਅਲੀ ਗੁੱਡ ਟੈਲੈਂਟ ਕਿ ਜੋ ਕਿ ਇੱਥੇ ਆਵੇ ਔਰ ਇੱਥੇ ਰਿਪਰੈਜ਼ੈਂਟ ਕਰ ਪਾਵੇ, ਡੈਫੀਨੇਟਲੀ ਆਪਣੇ ਆਪ ਨੂੰ ਔਰ ਲੋਕਾਂ ਦੇ ਵਿੱਚ ਵਿਚਰ ਪਾਵੇ ਔਰ ਉਹਨਾਂ ਨੂੰ ਸਹੀ ਨੌਲੇਜ ਦੇ ਪਾਵੇ। ਤੇ ਕੋਈ ਇਹਦਾ ਕੋਈ ਕੋਰਸ ਵੀ ਹੈਗਾ ਐਜੂਕੇਸ਼ਨ ਦਾ ਜਿਹੜਾ ਬੰਦਾ ਕਰ ਸਕਦਾ ਹੈ? ਹੁਣ ਮਸਟ ਹੋ ਚੁੱਕਾ ਜੀ, ਲੈਵਲ 5 ਦਾ ਇੱਕ ਕੋਰਸ ਹੈ, ਉਸ ਤੋਂ ਬਿਨਾਂ ਤੁਸੀਂ ਕੰਮ ਨਹੀਂ ਕਰ ਸਕਦੇ ਔਰ ਕੋਈ ਹਾਇਰ ਵੀ ਨਹੀਂ ਕਰੇਗਾ ਤੁਹਾਨੂੰ। ਔਰ ਸਾਰੀਆਂ ਕੰਪਨੀਆਂ ਹਾਇਰ ਨਹੀਂ ਕਰਦੀਆਂ ਇਸ ਜੌਬ ਦੇ ਵਿੱਚ। ਉਹਦਾ ਰੀਜ਼ਨ ਕੀ ਹੈ, ਯੂ ਹੈਵ ਟੂ ਬੀ ਸੈਲਰੀਡ ਅਗਰ ਤੁਸੀਂ ਵਰਕ ਵੀਜ਼ਾ 'ਤੇ ਕੰਮ ਕਰਨਾ, ਅਤੇ ਅਗਰ ਤੁਸੀਂ ਸੈਲਰੀ ਨਹੀਂ ਲੈ ਸਕਦੇ ਜਾਂ ਤੁਹਾਨੂੰ ਕੰਪਨੀ ਆਫਰ ਨਹੀਂ ਕਰਦੀ ਸੈਲਰੀ, ਦੈਨ ਯੂ ਕਾਂਟ ਐਕਚੁਅਲੀ ਵਰਕ। ਤਾਂ ਉਹਦੇ ਲਈ ਤੁਹਾਨੂੰ ਪਹਿਲਾਂ ਇਹ ਫਾਈਂਡ ਆਊਟ ਕਰਨਾ ਪਊ ਕਿਹੜੀ ਕੰਪਨੀ ਮੈਨੂੰ ਜੌਬ ਆਫਰ ਦੇਗੀ। ਤਾਂ ਸਟੱਡੀ ਲੈਵਲ 5 ਦੀ ਹੈ, ਉਹ ਤੁਸੀਂ ਬਾਅਦ ਦੇ ਵਿੱਚ ਵੀ ਕਰ ਸਕਦੇ ਹੋ, ਇੰਪਲੋਇਰ ਅਸਿਸਟਡ ਵੀ ਹੋ ਜਾਂਦੀ ਆ ਉਹ, ਵੀ ਜੇ ਇੰਪਲੋਇਰ ਤੁਹਾਡਾ ਚਾਹੁੰਦਾ ਤੁਸੀਂ ਕਰ ਸਕਦੇ ਹੋ। ਬਾਕੀ ਉਹ ਅਗੇਨ ਜੇ ਮੋਰ ਨੌਲੇਜ ਹੈ, ਮੈਂ ਐਡਵਾਈਜ਼ ਨਹੀਂ ਕਰ ਰਿਹਾ ਤੁਹਾਨੂੰ ਕਿਉਂਕਿ ਮੈਂ ਐਡਵਾਈਜ਼ ਨਹੀਂ ਦੇ ਸਕਦਾ, ਇਹਦੇ ਲਈ ਇਮੀਗ੍ਰੇਸ਼ਨ ਐਡਵਾਈਜ਼ਰ ਤੁਹਾਨੂੰ ਚੰਗੀ ਰਾਏ ਦੇਣਗੇ, ਬਟ ਯੈਸ ਸਟੱਡੀ ਇਜ਼ ਮਸਟ, ਤੁਹਾਨੂੰ ਲੈਵਲ 5 ਕਰਨਾ ਪਊਗਾ। ਤੇ ਜਿਹੜੇ ਬੰਦੇ ਜਿਵੇਂ ਇੰਡੀਆ ਅਸੀਂ ਪਾਰਟ ਟਾਈਮ ਵੀ ਕਰ ਲੈਂਦੇ ਹਾਂ, ਮਤਲਬ ਆਈ ਨੋ ਅ ਲੋਟ ਆਫ ਪੀਪਲ ਹੂ ਆਰ ਸੈਲਿੰਗ ਇੰਸ਼ੋਰੈਂਸਸ ਐਜ਼ ਅ ਪ੍ਰੋਡਕਟ ਟੂ ਇੰਡੀਵਿਜੂਅਲਸ ਪਾਰਟ ਟਾਈਮ, ਮਤਲਬ ਕੰਮ ਕੁਝ ਹੋਰ ਕਰਦੇ, ਮੇਬੀ ਦੇ ਵਰਕ ਬਿਜ਼ਨਸ ਕਰਦੇ ਆ। ਮੈਂ ਕੋਰਿਲੇਟ ਇਸ ਨੂੰ ਬਹੁਤ ਵਧੀਆ ਤਰੀਕੇ ਨਾਲ ਕਰ ਸਕਦਾ। ਇੱਥੇ ਵੈਸੇ ਫੁੱਲ ਟਾਈਮ ਪ੍ਰੋਫੈਸ਼ਨ ਹੈ, ਬਟ ਯੈਸ ਯੂ ਕੈਨ ਆਲਵੇਜ਼ ਡੂ ਪਾਰਟ ਟਾਈਮ ਐਜ਼ ਵੈਲ। ਲਾਈਕ ਜੇਕਰ ਤੁਹਾਡਾ ਮੰਨ ਲਓ XYZ ਮੈਂ ਕਹਿੰਦਾ ਕਲੀਨਿੰਗ ਦਾ ਬਿਜ਼ਨਸ ਹੈ, ਕਰ ਰਹੇ ਹੋ ਤੁਸੀਂ, ਕਰਵਾ ਰਹੇ ਹੋ, ਤੇ ਤੁਸੀਂ ਨਾਲ ਦੀ ਨਾਲ ਕਲਾਇੰਟਸ ਵੀ ਦੇਖਣਾ ਚਾਹੁੰਦੇ ਹੋ, ਕਰ ਸਕਦੇ ਹੋ ਤੁਸੀਂ, ਬਟ ਉਹਦੇ ਲਈ ਤੁਹਾਡੀ ਆਪਣੀ ਕੰਪਨੀ ਹੋਣੀ ਜ਼ਰੂਰੀ ਹੈ ਕਿਉਂਕਿ ਇੰਪਲੋਈ ਹੋ ਤੁਸੀਂ, ਤਾਂ ਤੁਹਾਡੇ 40 ਆਵਰਸ ਮਸਟ ਹੈ, ਠੀਕ ਹੈ ਨਾ ਜੀ। ਬਟ ਜੇਕਰ ਤੁਸੀਂ ਆਪਣਾ ਕਰਨਾ ਚਾਹੁੰਦੇ ਹੋ, not easy these days,
ਹੁਣ ਐਫਐਮਏ ਨੇ ਬਹੁਤ ਸਟ੍ਰਿਕਟ ਕਰਤਾ ਵਾ ਸਭ ਕੁਝ ਬਟ ਯੈਸ ਸਟਿਲ ਅਗਰ ਤੁਸੀਂ ਚਾਹੁੰਦੇ ਹੋ ਇਦਾਂ ਦਾ ਕੁਝ ਕਰਨਾ ਪਹਿਲਾਂ ਐਕਸਪੀਰੀਅੰਸ ਲਓਗੇ ਕੰਪਨੀਆਂ ਨਾਲ ਕੰਮ ਕਰੋਗੇ ਫਿਰ ਤੁਸੀਂ ਅਗਰ ਆਪਣੀ ਲਾਇਸੈਂਸਿੰਗ ਖੁਦ ਕਰਵਾ ਸਕਦੇ ਹੋ ਓਨਲੀ ਦੈਨ ਯੂ ਕੈਨ ਡੂ ਅਦਰਵਾਈਜ਼ ਇਟਸ ਹਾਰਡ ਤਾਂ ਮਤਲਬ ਜਿਹੜੀਆਂ ਲੋਟ ਆਫ ਪੀਪਲ ਆਈ ਨੋ ਜਿਨ੍ਹਾਂ ਦੇ ਹਸਬੈਂਡਸ ਕੰਮ ਕਰਦੇ ਹੈ ਐਂਡ ਦੇ ਆਰ ਔਨ ਵੀਜ਼ਾ they can explore new things. Would you recommend them coming to this line at all because they are good at? No, you can't. Okay. ਨਹੀਂ ਮੈਂ ਰეკਮੈਂਡ ਨਹੀਂ ਕਰੂੰਗਾ ਉਹਦਾ ਰੀਜ਼ਨ ਹੈ ਕਿਉਂਕਿ ਦੇਖੋ ਫਸਟ ਥਿੰਗ ਕਿ ਤੁਹਾਨੂੰ ਸਟੱਡੀ ਕਰਨੀ ਪੈਣੀ ਹੈ ਬਿਲਕੁਲ ਸਹੀ ਠੀਕ ਹੈ ਨਾ ਜੀ ਸਟੱਡੀ ਲਈ ਤੁਹਾਨੂੰ ਟਾਈਮ ਚਾਹੀਦਾ ਵਾ ਕੋਈ ਵੀ ਜੌਬ ਲਈ ਤੁਸੀਂ ਸੈਕਰੀਫਾਈਸ ਕਰੋਗੇ ਪਹਿਲਾਂ ਸੈਕਰੀਫਾਈਸ ਕਰ ਦੇਣਾ ਇੱਕ ਅਲੱਗ ਗੱਲ ਹੈ ਅਗਰ ਤੁਹਾਨੂੰ ਉਸ ਲਾਈਨ ਦੀ ਨੌਲੇਜ ਨਹੀਂ ਹੈ ਪਹਿਲਾਂ ਦੈਨ ਇਟ ਇਜ਼ ਰੀਅਲੀ ਵੈਰੀ ਹਾਰਡ ਡੈਫੀਨਿਟਲੀ ਅਸੀਂ ਫਰੈਸ਼ਰ ਇੱਥੇ ਵੀ ਲੈਂਦੇ ਹਾਂ ਫਰੈਸ਼ ਹੀ ਹੁੰਦੇ ਨੇ ਇੱਥੇ ਵੀ ਬਟ ਯੈਸ ਉਹਨਾਂ ਦਾ ਮਾਈਂਡ ਸੈਟ ਓਪਨ ਹੁੰਦਾ ਉਹਨਾਂ ਨੇ ਕੁਝ ਸਾਲ ਸਪੈਂਡ ਕਰ ਲਏ ਹੁੰਦੇ ਨੇ ਮੋਸਟਲੀ ਅਸੀਂ ਹਾਇਰ ਕਰਦੇ ਹਾਂ ਲਾਈਕ ਨਿਊਜ਼ੀਲੈਂਡ ਸਿਟੀਜ਼ਨ ਔਰ ਪਰਮਾਨੈਂਟ ਰੈਜ਼ੀਡੈਂਟ ਓਨਲੀ ਸਮਝ ਗਿਆ ਜੀ ਬਹੁਤ ਹੋਈ ਕੰਮ ਦੀ ਗੱਲ ਹਾਂਜੀ ਹੁਣ ਥੋੜੀ ਜਿਹੀ ਫਨ ਦੀ ਗੱਲ ਕਰ ਲੈਂਦੇ ਹਾਂ ਹਾਂਜੀ ਸ਼ੋਰ ਤੁਹਾਨੂੰ ਆਏ ਹੋਏ ਇੰਨਾ ਟਾਈਮ ਹੋ ਗਿਆ ਹੈ ਨਿਊਜ਼ੀਲੈਂਡ ਤੇ a lot of people pick up a lot of slangs from the language because every country has certain ਸਾਡੇ slang ਤੇ ਖੈਰ ਬਹੁਤ ਵੱਖਰੇ ਨੇ we shouldn't say that ਹਾਂਜੀ ਹਾਂਜੀ but in a country like New Zealand ਕਿਹੜਾ slang ਹੈ ਜਿਹੜਾ ਤੁਸੀਂ ਸਭ ਤੋਂ ਪਹਿਲੇ ਪਿਕ ਕੀਤਾ ਸੀਗਾ ਤੇ ਅੱਜ ਤੱਕ ਹੈ ਤੁਹਾਡੇ ਕੋਲ sweet as ਬਹੁਤ ਵਧੀਆ ਤੇ ਤੁਸੀਂ ਘੁੰਮੇ ਵੀ ਬਹੁਤ ਹੋਵੋਗੇ ਫਿਰ ਤਾਂ ਨਿਊਜ਼ੀਲੈਂਡ ਮੈਂ ਮੇਰੇ ਹਿਸਾਬ ਨਾਲ ਸਾਊਥ ਆਈਲੈਂਡ ਮੇਰਾ ਪ੍ਰੀਟੀ ਮੱਚ ਮੈਂ ਡਨ ਕਰ ਚੁੱਕਾ ਹੋਇਆ ਹਾਂ ਤੇ ਨਾਰਥ ਆਈਲੈਂਡ ਵੀ ਮੈਂ ਰੋਡ ਟ੍ਰਿਪ ਕਰ ਚੁੱਕਾ ਹੋਇਆ ਮੈਂ ਸਿਰਫ ਗਿਸਬਨ ਨੂੰ ਛੱਡ ਕੇ ਮੇਰੇ ਹਿਸਾਬ ਨਾਲ ਮੈਂ ਕੋਈ ਵੀ ਇਹੋ ਜਿਹੀ ਸਿਟੀ ਹੋਏਗੀ ਮੈਂ ਜਿਹੜੀ ਨਹੀਂ ਐਕਸਪਲੋਰ ਕੀਤੀ ਹੋਏਗੀ ਤੇ ਕਿਹੜੀ ਸਿਟੀ ਸਭ ਤੋਂ ਵਧੀਆ ਹੈ not to stay just to travel no doubt Queenstown is beautiful in down south ਤੇ definitely South Island ਦੇ ਵਿੱਚ ਹੈ proudly say ਕਿ ਮੈਂ ਵੀ South Island ਦੇ ਵਿੱਚ ਹੀ ਹਾਂ ਤੇ ਕ੍ਰਾਈਸਟਚਰਚ ਰਹਿਣਾ ਇੱਥੋਂ ਦੀ ਬੜਾ ਦੂਰ ਨਹੀਂ but I really love that place ਤੇ after New Zealand which country is the next one which you want to visit I would love to visit Canada I heard about it like so much and I really want to explore ਕਿਉਂਕਿ ਅਗਰ ਮੈਂ ਗਵਾਂ ਘੁੰਮਣ ਲਈ ਕੈਨੇਡਾ ਬਹੁਤ ਵਧੀਆ ਰਹਿਣ ਲਈ ਮੈਨੂੰ ਪਤਾ ਨਹੀਂ ਬਿਕੋਜ਼ ਮੈਂ ਉੱਥੇ ਰਿਹਾ ਨਹੀਂ ਕਦੇ ਤੇ ਯੈਸ ਮੈਂ ਆਸਟ੍ਰੇਲੀਆ ਐਕਸਪਲੋਰ ਕਰ ਲਿਆ ਬਟ ਯੈਸ ਨੈਕਸਟ ਡੈਸਟੀਨੇਸ਼ਨ ਵਿਲ ਬੀ ਕੈਨੇਡਾ ਐਂਡ ਅ ਲਿਟਲ ਬਿਟ ਅਮਰੀਕਾ ਐਸ ਹੁਣ ਤੁਹਾਨੂੰ ਤਾਂ ਵੀਜ਼ਾ ਵੀ ਨਹੀਂ ਲੈਣਾ ਪੈਣਾ ਵੈਸੇ ਜਾਣ ਲਈ ਕੈਨੇਡਾ ਹੈ ਨਾ ਲੱਕੀਲੀ ਯੈਸ ਵੈਰੀ ਗੁੱਡ ਅੱਛਾ ਲਾਸਟ ਸਵਾਲ ਬਿਫੋਰ ਵੀ ਵਾਈਂਡ ਅਪ ਦਿਸ ਹੋਲ ਥਿੰਗ your top tip for anyone coming on a student visa work visa whatever visa they're coming on but one top tip कि यार ये तो ज़रूर करना है in terms of ਅਗਰ ਮੈਂ ਕਹੂੰਗਾ profession ਡੈਫੀਨੇਟਲੀ ਜਿੱਦਾਂ ਮੈਂ ਗੱਲ ਕਹੀ ਹੈ ਪਹਿਲੀ ਚੀਜ਼ ਤੁਸੀਂ ਗੋਲ ਆਪਣਾ ਰੱਖ ਕੇ ਆਇਓ ਬਿਲकुल सही ਉਸ ਤੋਂ ਬਿਨਾਂ ਆਉਣ ਦਾ ਇੱਥੇ ਕੋਈ ਫਾਇਦਾ नहीं है ठीक है जी थैंक यू सो मच शिवदीप जी आज आपसे बात करके बहुत अच्छा लगा हम तो आपसे बात करते रहते हैं लेकिन आज जो आपने सबको इनलाइटन किया उन बातों से आपकी स्टोरीज आपकी कहानियां जो आपने लोगों को बताई उम्मीद करता हूँ लोगों को पसंद आएंगी और अगर किसी को कोई सवाल करना है शिवदीप जी से मैं इनका ईमेल एड्रेस डिस्क्रिप्शन में डाल दूंगा प्लीज कमेंट्स करके बताइए कि आपको ये कॉन्वर्सेशन कैसी लगी अंटिल नेक्स्ट टाइम सी यू बाय बाय थैंक यू बाय